दैट्स फाइन। ਆਪਾਂ ਰੀਡਿੰਗ ਨੂੰ ਸ਼ੁਰੂ ਕਰਾਂਗੇ ਤੇ ਰੀਡਿੰਗ ਦਾ ਚੈਪਟਰ ਕਰਾਂਗੇ ਅੱਜ ਲਿਸਟ ਆਫ ਹੈਡਿੰਗ। ਤੇ ਇੱਕ ਗੱਲ ਯਾਦ ਰੱਖਿਓ ਮੇਰੀ, ਜਿੰਨਾ ਜੀ ਜਾਨ ਲਾ ਕੇ ਮੈਂ ਤੁਹਾਨੂੰ ਪੜਾਉਂਗਾ, ਚਾਹੇ ਐਕੈਡੈਮਿਕ ਬੈਠਾ ਚਾਹੇ ਜਰਨਲ ਬੈਠਾ, ਤੇ ਇੱਕ ਗੱਲ ਨੂੰ ਦਿਮਾਗ 'ਚ ਰੱਖਿਓ ਕਿ ਅੱਜ ਤੋਂ ਬਾਅਦ ਰੀਡਿੰਗ ਦੇ ਵਿੱਚ ਲਿਸਟ ਆਫ ਹੈਡਿੰਗ ਦੇ ਵਿੱਚ ਜੇ ਡਾਊਟ ਫਿਰ ਵੀ ਰਹਿ ਗਿਆ, ਫਿਰ ਇਹਦਾ ਮਤਲਬ ਕਿ ਸਾਡੇ 'ਚੋਂ ਕਮੀ ਨਹੀਂ ਹੈਗੀ, ਫਿਰ ਬੰਦੇ ਨੂੰ ਆਪ ਦੇਖਣਾ ਪਊਗਾ। ਸਾਡਾ ਆਪਦਾ ਜੋ ਪੀਕ ਹੋਊਗਾ, ਜੋ ਬੈਸਟ ਹੋਊਗਾ, ਨਵੀਆਂ ਨਵੀਆਂ ਟੈਕਨੀਕ, ਜਿਵੇਂ ਆਪਾਂ ਕਹਿੰਦੇ ਟੈਕਨੀਕ ਯੂਜ਼ ਕਰਦੇ ਆ, ਮੈਂ ਕੱਲੀ ਕੱਲੀ ਚੀਜ਼ ਪੜਾਉਂਗਾ। ਮੇਰੀ ਕਲਾਸ 'ਚ ਕੋਈ ਅੱਜ ਬੱਚਾ ਫਸਟ ਡੇ ਵੀ ਅਟੈਂਡ ਕਰ ਰਿਹਾ ਨਾ, ਕੋਈ ਮੈਟਰ ਨਹੀਂ ਕਰਦਾ, ਮੇਰੇ ਪੜਾਉਣ ਦਾ ਤਰੀਕਾ ਐਵੇਂ ਹੋਊਗਾ ਕਿ ਸਾਰੇ ਬੱਚੇ ਉਹਨੂੰ ਪ੍ਰੋਪਰਲੀ ਅੰਡਰਸਟੈਂਡ ਕਰਨਗੇ। ਤਾਂ ਜੇ ਕੋਈ ਨਵਾਂ ਬੱਚਾ, ਤਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਲਿਸਟ ਆਫ ਹੈਡਿੰਗ ਹੈ ਜਿਹੜਾ, ਉਹ ਰੀਡਿੰਗ ਦੇ ਵਿੱਚ ਇੱਕ ਪਾਰਟ ਹੈ ਤੇ ਇਹਨੇ ਆਉਣਾ ਹੀ ਆਉਣਾ ਹੈ, ਤੇ ਆਪਾਂ ਇਹਨੂੰ ਸੋਲਵ ਕਿਵੇਂ ਕਰਨਾ ਹੈਗਾ ਅਸੀਂ ਤੁਹਾਨੂੰ ਉਹ ਸਮਝਾਵਾਂਗੇ। ਆਪਾਂ ਸਟਾਰਟ ਕਰ ਸਕਦੇ ਹਾਂ। ਸ਼ੋ ਯੋਰ ਥੰਬਸ ਅਪ। ਚਲੋ ਬੀ ਰੈਡੀ एवरीवन। नाउ हो जा कैडी जी। चलो नव मैम दा आपदा स्कोर 999 है जर्नल दा, एंड शी हैज द परमानेंट रेजिडेंसी ऑफ कैनेडा। ਅੱਜ ਦਾ ਜੋ ਅਸੀਂ ਚੈਪਟਰ ਹਿੱਟ ਕਰਾਂਗੇ that is called a list of heading। ਤੇ ਲਿਸਟ ਆਫ ਹੈਡਿੰਗ ਦੇ ਉੱਪਰ ਜਦੋਂ ਆਪਣੇ ਨੇਮ ਨੂੰ ਪੜਨਾ ਬੜਾ ਲਾਜ਼ਮੀ ਹੈ, ਤੇ ਜਦੋਂ ਆਪਾਂ ਨੇ ਨੇਮ ਨੂੰ ਇੱਕ ਵਾਰ ਬਹੁਤ ਚੰਗੇ ਤਰੀਕੇ ਨਾਲ ਪੜ ਲਿਆ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗੱਲਾਂ ਕਿਹੜੀਆਂ ਹੋਣਗੀਆਂ। ਗੱਲਾਂ ਕਿਹੜੀਆਂ ਹੋਣਗੀਆਂ ਦਾ ਮਤਲਬ ਪਤਾ ਕੀ ਹੈਗਾ? ਲਿਸਟ ਆਫ ਹੈਡਿੰਗ ਦਾ ਅੱਜ ਦਾ ਜਿਹੜਾ ਨੇਮ ਹੈ ਉਹ ਹੈ ਹੋਮੋਪੈਥੀ। ਤਾਂ ਸ਼ਾਇਦ ਮੈਂ ਤੁਹਾਨੂੰ ਇੱਕ ਗੱਲ ਸੁਣੋ, ਮੈਂ ਤੁਹਾਨੂੰ ਦੇਣਾ, ਹੋਮੋਪੈਥੀ ਵਰਡ ਨੂੰ ਸੁਣਦੇ ਆਪਣੇ ਦਿਮਾਗ 'ਚ ਗੱਲਾਂ ਪਤਾ ਕਹੇ ਜਿਹੀਆਂ ਆਉਣ ਲੱਗੀਆਂ, ਦਵਾਈਆਂ ਨਾਲ ਜੁੜੀਆਂ ਹੋਈਆਂ। ਅਗਰੀ ਕਰਦੇ ਹੋ? ਐਂਡ ਮਿੱਠੀਆਂ ਗੋਲੀਆਂ, ਮਿੱਠੀਆਂ ਗੋਲੀਆਂ ਹੁੰਦੀਆਂ ਨੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਨਾ। ਤੇ ਹੋਮੋਪੈਥੀ ਦੀ ਇੱਕ ਗੱਲ ਹੋਰ ਹੈ, ਅੱਜ ਦਾ ਮੇਰਾ ਥੋੜਾ ਬਹੁਤ ਮਤਲਬ ਨਾਮ ਨੂਮ ਜਿਹਾ ਹੈਗਾ, ਲੋਕ ਜਾਣਦੇ ਨੇ। ਮੇਰੇ ਘਰ ਦੇ ਮੈਨੂੰ ਇਹ ਕਿਹਾ ਕਰਦੇ ਵੀ ਤੂੰ ਹੋਮੋਪੈਥੀ ਦੀ ਦਵਾਈ ਵਰਗਾ ਹੈ, ਨਾ ਤੇਰਾ ਫਾਇਦਾ ਨਾ ਨੁਕਸਾਨ। ਉਹ ਹੋਮੋਪੈਥੀ ਦਾ ਵੀ ਉਹ ਹਿਸਾਬ ਹੈਗਾ। ਤੁਹਾਨੂੰ ਪੜਾਉਣ ਦਾ ਤਰੀਕਾ ਦਿਖਾਉਂਦੇ ਆ। ਦੇਖੋ ਸਕਰੀਨ ਦੇ ਉੱਤੇ ਆਪਣੇ ਕੋਲੇ ਪੈਰਾਗ੍ਰਾਫ A B C, ਪੈਰਾਗ੍ਰਾਫ A B C D E F G, मतलब कि A B C D E F G 7 ਆਪਣੇ ਕੋਲੇ ਪੈਰਾਗ੍ਰਾਫਸ ਨੇਗੇ। ਠੀਕ ਹੈ, ਜੇ ਮੈਂ ਆਨਸਰ ਦੀ ਗੱਲ ਕਰਦਾ, ਲਿਸਟ ਆਫ ਹੈਡਿੰਗ ਦੀ ਗੱਲ ਕਰਦਾ, ਆਪਣੇ ਕੋਲੇ ਨੇ 10। ਤਾਂ ਇਹ ਕਲੀਅਰ ਹੈਗਾ 7 ਪੈਰਾਗ੍ਰਾਫ ਨੇ, 10 ਆਪਣੇ ਕੋਲੇ ਲਿਸਟ ਆਫ ਦਾ ਹੈਡਿੰਗਸ ਨੇ। ਤਾਂ ਆਪਣੇ ਕੋਲੇ ਇਹ ਕਲੀਅਰ ਕਿ ਜਿਹੜੇ 3 ਨੇ ਉਹ ਕੀ ਨੇ? ਐਕਸਟਰਾ। ਉਹ ਐਕਸਟਰਾ। ਐਕਸਟਰਾ ਦਾ ਮਤਲਬ ਪਤਾ ਕੀ ਹੈਗਾ ਕਿ ਉਹ ਤੁਹਾਨੂੰ ਬੇਵਕੂਫ ਬਣਾਉਣ ਦੇ ਲਈ ਨੇ, ਉਹ ਤੁਹਾਨੂੰ ਉਲਝਾਉਣ ਦੇ ਲਈ ਨੇ ਕਿ ਕਿਵੇਂ ਨਾ ਕਿਵੇਂ ਤੁਹਾਨੂੰ ਉਲਝਾਇਆ ਜਾਵੇ। ਹੁਣ ਇੱਕ ਗੱਲ ਹੋਰ ਸੁਣੋ, ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ? ਜਦੋਂ ਐਗਜ਼ਾਮਪਲ ਦੇ ਵਿੱਚ ਸੈਕਸ਼ਨ A ਦਿੱਤਾ ਹੋਇਆ, ਦੇਖੋ ਐਗਜ਼ਾਮਪਲ ਦੇ ਵਿੱਚ ਸੈਕਸ਼ਨ A ਦਿੱਤਾ ਹੈ ਤੇ ਸੈਕਸ਼ਨ A ਦਾ ਬੱਚੇ ਜਿਹੜਾ ਆਨਸਰ ਹੈਗਾ ਉਹ ਦਿੱਤਾ ਹੋਏਗਾ 6th। ਦੇ ਦੋ ਕੋਈ ਨਾ, ਮੈਂ ਹੈਗਾ ਨਾ ਕਰ ਦਿਆ। ਸੈਕਸ਼ਨ A ਹੈ ਜਿਹੜਾ, ਉਹਦਾ ਆਨਸਰ ਦਿੱਤਾ ਹੋਇਆ 6th। ਤੇ ਇੱਕ ਗੱਲ ਯਾਦ ਰੱਖਿਓ, ਕੋਈ ਨਾ ਦੇ ਦੋ 6th ਆ ਰਿਹਾ, ਮਤਲਬ ਕਿ ਰਿਵਾਈਵਲ ਆਫ ਹੋਮੋਪੈਥੀ। मतलब कहने का की हैगा कि सेक्शन ए का एग्जांपल दिता हुआ है, ऑलरेडी सॉल्व्ड है, ऑलरेडी सॉल्व्ड है, ते इते लिखा भी ਇਹਦਾ आंसर 6th है। मतलब की करना ਹੁੰਦਾ ਹੈ ਆਪਾਂ ਨੇ ਲਿਸਟ ਆਫ ਹੈਡਿੰਗ ਦੇ ਵਿੱਚ ਇੱਕ ਪੂਰਾ ਪੈਰਾ ਪੜਨਾ ਹੁੰਦਾ ਹੈਗਾ, ਹੋਮੋਪੈਥਿਕ ਤੋਂ ਲੈ ਕੇ ਟ੍ਰੀਟਮੈਂਟ ਤੱਕ। ਸਾਰੇ ਪੈਰੇ ਨੂੰ ਪੜਨ ਤੋਂ ਬਾਅਦ ਉਹਦਾ ਜੋ ਓਵਰਆਲ ਨਿਕਲਦਾ ਹੈ, ਜੋ ਨਿਚੋੜ ਨਿਕਲਦਾ ਹੈ ਉਹਦਾ, ਉਹ ਇੱਧਰ ਆਉਣਾ ਹੁੰਦਾ ਹੈ। ਇਹਦੇ ਨਾਲ ਮੈਚ ਕਰਨਾ ਹੁੰਦਾ ਕਿ ਕਿਹੜੇ ਨਾਲ ਮੈਚ ਹੋ ਰਿਹਾ, ਜਿਹੜੇ ਨਾਲ ਉਹ ਲਾਈਨ ਮੈਚ ਹੋ ਰਹੀ ਹੈ ਉਹ ਆਪਣਾ ਆਨਸਰ ਹੈ। ਦੈਟਸ ਇਟ। ਮੇਰੇ ਕਹਿਣ ਹਾਂਜੀ, ਪਰ ਉਹਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਪ੍ਰੋਪਰ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ, ਹਨਾ? ਕਿ ਜਦੋਂ ਤੁਸੀਂ ਪੈਰਾਗ੍ਰਾਫ ਪੜ੍ਹ ਰਹੇ ਹੋ ਤਾਂ ਤੁਹਾਡਾ ਮਾਈਂਡ ਸਿਰਫ ਪੈਰਾਗ੍ਰਾਫ ਦੇ ਵਿੱਚ ਹੋਵੇ। ਐਗਜ਼ੈਕਟ ਪ੍ਰੋਪਰ ਅੰਡਰਸਟੈਂਡਿੰਗ ਹੋਏਗੀ ਤਾਂ ਤੁਹਾਨੂੰ, ਤੁਸੀਂ ਜਦੋਂ ਫਸਟ ਲੁੱਕ ਲਾਓਗੇ ਨਾ ਲਿਸਟ ਆਫ ਹੈਡਿੰਗਸ ਦੀ, ਉਸੇ ਟਾਈਮ ਤੁਹਾਨੂੰ ਪਤਾ ਲੱਗ ਜਾਊਗਾ ਕਿ ਯੈਸ ਦਿਸ ਇਜ਼ ਦ ਐਕੂਰੇਟ ਆਨਸਰ। ਤੁਹਾਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਹੀਏ ਨਾ, ਸਾਨੂੰ ਦੁਨੀਆ ਇੱਕ ਗੱਲ ਕਹਿੰਦੀ ਹੈ ਕਿ ਸਰ ਲਿਸਟ ਆਫ ਹੈਡਿੰਗ ਨਾ
ਬਹੁਤ ਔਖੇ ਹੈ, ਬਹੁਤ ਟਫ ਨੇ। ਤੇ ਅਸੀਂ ਇੱਕ ਗੱਲ ਹੱਸ ਕੇ ਕਹਿੰਦੇ ਹੁੰਦੇ ਆ ਵੀ ਸਾਡੇ ਤਰੀਕੇ ਨਾਲ ਕਰਕੇ ਤਾਂ ਦੇਖ, ਤੇ ਇੱਕ ਵੀ ਗਲਤ ਨਹੀਂ ਜਾਊਗਾ, ਇਹ ਪ੍ਰੋਮਿਸ ਰਿਹਾ। ਹੁਣ ਆਪਣਾ ਪੈਰਾਗ੍ਰਾਫ ਏ ਹੈ ਜਿਹੜਾ ਉਹ ਸੋਲਵਡ ਹੈ, ਆਪਾਂ ਉਹ ਤੇ ਟਾਈਮ ਵੇਸਟ ਨਹੀਂ ਕਰਦੇ। ਪੈਰਾਗ੍ਰਾਫ ਬੀ ਪੜਾਂਗੇ, ਬਹੁਤ ਅੱਛੇ ਤਰੀਕੇ ਨਾਲ ਦੇਖਾਂਗੇ, ਉਸ ਤੋਂ ਬਾਅਦ ਆਪਾਂ ਉਹਦੇ ਨਾਲ ਮੈਚ ਕਰਾਂਗੇ ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਆਨਸਰ ਕਿਵੇਂ ਆਇਆ ਤੇ ਐਕੂਰੇਟ ਆਨਸਰ ਕਿਵੇਂ ਆਇਆ। ਕਰੀਏ ਸਟਾਰਟ, ਚਲੋ ਚਲੋ ਡਨ। ਸ਼ੇਅਰ ਕਰਦੇ ਹਾਂ ਸਕਰੀਨ ਤੁਹਾਡੇ ਨਾਲ। ਆਪਾਂ ਇਹ ਕਰਦੇ ਹਾਂ, ਮੈਂ ਇੰਗਲਿਸ਼, ਤੁਸੀਂ ਪੰਜਾਬੀ, ਠੀਕ ਹੈ ਜੀ। ਅਸੀਂ ਇੱਕ ਕੰਮ ਕਰਾਂਗੇ, ਮੈਂ ਇੰਗਲਿਸ਼ ਬੋਲੂੰਗਾ ਤੇ ਮੈਮ ਨੇ ਜਿਹੜੇ ਉਹ ਟ੍ਰਾਂਸਲੇਟ ਕਰਨਗੇ ਪੰਜਾਬੀ ਦੇ ਵਿੱਚ। ਉਹ ਜਿਵੇਂ ਦਗਾਣੇ ਨਹੀਂ ਹੁੰਦੇ, ਜਿਵੇਂ ਤੇਰਾ ਯਾਰ ਡਿਫਾਲਟਰ ਤਾਂ ਹੋਇਆ, ਕੁਝ ਬੰਦੇ ਡਿਫਾਲਟਰ ਟੱਕਰ ਗਏ ਹੈ ਨਾ, ਮਤਲਬ ਕਿ ਸਟੈਪ ਬਾਈ ਸਟੈਪ। ਵੈਰੀ ਗੁੱਡ, ਹੈ ਨਾ। ਚਲੋ ਸਟਾਰਟ ਕਰਦੇ ਹਾਂ। Hahnemann's discovery of the principle of homeopathy was accidental. ਉਹ ਕਹਿੰਦੇ ਕਿ ਹੈਨੇਮਨ ਦੀ ਜਿਹੜੀ ਡਿਸਕਵਰੀ ਆ ਹੋਮੋਪੈਥੀ ਦੀ, ਉਹ ਕੀ ਸੀ? ਐਕਸੀਡੈਂਟਲ। ਐਕਸੀਡੈਂਟਲ ਦਾ ਮਤਲਬ ਹੈਗਾ ਬਾਈ ਚਾਂਸ। ਜਿਹੜੀ ਉਹਨੇ ਇਹਦੀ ਡਿਸਕਵਰੀ ਕੀਤੀ ਸੀ ਨਾ, ਕੋਈ ਸੋਚ ਸਮਝ ਕੇ ਨਹੀਂ ਕੀਤੀ, ਐਕਸੀਡੈਂਟਲ ਹੋ ਗਈ, ਉਹੀ ਹੋ ਗਈ, ਪਤਾ ਹੀ ਨਹੀਂ ਲੱਗਿਆ ਉਹਨੂੰ ਵੀ ਕਿਵੇਂ ਦੀ ਡਿਸਕਵਰੀ ਹੋ ਗਈ। After taking some quinine, he noticed that he developed malaria-like symptoms. ਉਹਨੇ ਕਹਿ ਰਹੇ ਨੇ, ਕਹਿੰਦੇ ਕਿ ਜਦੋਂ ਉਹਨੇ ਕੁਨੀਨ ਕੰਜ਼ਿਊਮ ਕੀਤਾ, ਉਹਨਾਂ ਨੇ ਕਹਿੰਦੇ ਆਫਟਰ ਟੇਕਿੰਗ ਸਮ ਕੁਨੀਨ, ਜਦੋਂ ਉਹਨੇ ਕੁਨੀਨ ਨੂੰ ਕੰਜ਼ਿਊਮ ਕੀਤਾ, ਉਹਨੇ ਨੋਟਿਸ ਕੀਤਾ ਕਿ ਉਹਨੂੰ ਮਲੇਰੀਆ ਲਾਈਕ ਸਿੰਪਟਮਸ ਸ਼ੋ ਹੋਣ ਲੱਗੇ। ਜੇ ਤੁਹਾਨੂੰ ਪਤਾ ਹੋਵੇ ਕਿ ਕੁਨੀਨ ਕੀ ਹੈ, ਇੱਕ ਮੈਡੀਸਿਨ ਆ, ਉਹ ਕਿਹੜੀ ਚੀਜ਼ ਨੂੰ ਟ੍ਰੀਟ ਕਰਨ ਵਾਸਤੇ ਹੁੰਦੀ ਹੈ? ਮਲੇਰੀਆ ਵਾਸਤੇ। ਜਦੋਂ ਮਲੇਰੀਆ ਹੁੰਦਾ ਤਾਂ ਕੁਨੀਨ ਨੂੰ ਲਿਆ ਜਾਂਦਾ ਹੁੰਦਾ, ਠੀਕ ਹੈ। ਉਹਨੂੰ ਮਤਲਬ ਮਲੇਰੀਆ ਨਹੀਂ ਸੀ, ਪਰ ਕੁਨੀਨ ਲੈਣ ਨਾਲ ਮਲੇਰੀਆ ਵਰਗੇ ਸਿੰਪਟਮਸ ਆ ਗਏ। ਆਪਾਂ ਨੂੰ ਇਸ ਤਰ੍ਹਾਂ ਕੀ ਪਤਾ ਲੱਗਿਆ ਕਿ ਉਹਨੇ ਇੱਕ ਡਿਸਕਵਰੀ ਕੀਤੀ ਸੀਗੀ ਤੇ ਉਹ ਡਿਸਕਵਰੀ ਐਕਸੀਡੈਂਟਲ ਹੋਈ ਸੀਗੀ। ਜਦੋਂ ਉਹਨੇ ਕੁਨੀਨ ਲਈ ਤਾਂ ਮਲੇਰੀਆ ਲਾਈਕ ਸਿੰਪਟਮਸ, ਉਹਨੂੰ ਮਲੇਰੀਆ ਲਾਈਕ ਸਿੰਪਟਮਸ ਨੇ ਜਿਹੜੇ ਉਹ ਆਣੇ ਸ਼ੁਰੂ ਹੋ ਗਏ। Since malaria patients were treated with quinine, ਨਾ ਪੜਨ ਤੇ ਜਿਹੜੀ ਗੱਡੀ ਲੱਗੇ ਨੇ ਉਹਨੂੰ ਗੱਡੀ ਨਹੀਂ ਆਉਣੀ ਚਲਾਉਣੀ ਆਪਣੇ। ਕਹਿੰਦੇ ਕਿ ਜਿਹੜੇ ਸਿੰਸ ਮਲੇਰੀਆ ਸਿੰਪਟਮਸ ਜਿਹੜੇ ਹੁੰਦੇ ਨੇ, ਜਿਹੜੇ ਮਲੇਰੀਆ ਪੇਸ਼ੈਂਟਸ ਨੇ, ਉਹਨਾਂ ਨੂੰ ਕੁਨੀਨ ਦੇ ਨਾਲ ਕੀ ਕੀਤਾ ਜਾਂਦਾ? ਟ੍ਰੀਟ ਕੀਤਾ ਜਾਂਦਾ। ਹੀ ਸਪੈਕੂਲੇਟਡ that possibly malaria is cured by quinine because it causes malaria like symptoms in healthy person. ਦੇਖੋ, ਜਿਹੜਾ ਜੇ ਕਿਸੇ ਨੂੰ ਮਲੇਰੀਆ ਹੋ ਜਾਂਦਾ ਤਾਂ ਉਹਨੂੰ ਕੁਨੀਨ ਦਿੰਦੇ ਨੇ, ਠੀਕ ਹੈ, ਪਰ ਜੇ ਕਿਸੇ ਨੂੰ ਮਲੇਰੀਆ ਨਹੀਂ ਹੈਗਾ ਤੇ ਫਿਰ ਵੀ ਉਹਨੂੰ ਕੁਨੀਨ ਦਿੱਤੀ ਜਾਵੇ ਤਾਂ ਉਹ ਕਹਿੰਦੇ ਕਿ ਉਹਦੇ ਵਿੱਚ ਕੀ ਸੇਮ ਸਿੰਪਟਮ ਆ ਜਾਂਦੇ ਨੇ। ਹੁਣ ਆਪਾਂ ਕੀ ਦੇਖ ਰਹੇ ਕਿ ਉੱਪਰ ਵਾਲੀ ਲਾਈਨ ਨੂੰ ਹੀ ਇਹਨਾਂ ਨੇ ਨੀਚੇ ਰੀਫਰੇਜ਼ ਕੀਤਾ ਹੋਇਆ। ਅੱਗੇ ਕਹਿ ਰਿਹਾ, he decided to explore his theory by testing other substances used as medicine at that time such as arsenic and belladonna। ਫਿਰ ਉਹਨੇ ਕੀ ਕੀਤਾ? ਉਹਨੇ ਡਿਸਾਈਡ ਕੀਤਾ ਕਿ ਉਹ ਆਪਣੀ ਥਿਉਰੀ ਦੇ ਵਿੱਚ ਕੁਝ ਹੋਰ ਸਬਸਟੈਂਸਿਸ ਦੇ ਉੱਪਰ ਕੀ ਕਰੇਗਾ? ਸਟੱਡੀ ਕਰੇਗਾ। ਉਹਨਾਂ ਨੇ ਕਿਹਾ ਨਾ ਟੈਸਟਿੰਗ ਤੋਂ ਕਲੀਅਰ ਹੋ ਗਿਆ ਕਿ ਹੁਣ ਉਹ ਕਿਸੇ ਨਵੀਂ ਚੀਜ਼ ਦੀ ਡਿਸਕਵਰੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਕਹਿੰਦਾ ਕਿ ਮੈਂ ਆਪਣੀ ਮੈਡੀਸਿਨ ਦੇ ਵਿੱਚ ਕੀ ਚੀਜ਼ਾਂ ਯੂਜ਼ ਕਰੂੰਗਾ, ਸਚ ਐਸ ਆਰਸੈਨਿਕ ਐਂਡ ਬੈਲੇਡੋਨਾ। ਉਹਨੇ ਦੋ ਤਰ੍ਹਾਂ ਦੀਆਂ ਚੀਜ਼ਾਂ ਦੱਸਦੀਆਂ ਕਿ ਇਹਨਾਂ ਨੂੰ ਮੈਂ ਆਪਣੀ ਸਟੱਡੀ ਦੇ ਵਿੱਚ ਕਰੂੰਗਾ। ਹੁਣ ਉਹਨਾਂ ਨੇ ਆਪਾਂ ਨੂੰ ਦੱਸਤਾ ਕਿ ਉਹ ਕੋਈ ਡਿਸਕਵਰੀ ਕਰਨ ਦੀ ਕੋਸ਼ਿਸ਼ ਕਰ ਰਿਹਾ। His tests were conducted by either taking the substances internally himself or by administrating them to healthy volunteers and then recorded all the symptoms the volunteers experienced. ਸੌਰੀ, ਐਕਚੁਅਲੀ ਮੇਰੇ ਫਾਦਰ ਨੂੰ ਨਾ ਮੇਰੀ ਕਾਰ ਦਾ ਹਿਸਾਬ ਜਿਹਾ ਨਹੀਂ ਹੈਗਾ, ਉਹਨੂੰ ਮੈਂ ਦੱਸ ਕੇ ਕਿਵੇਂ ਕੀ ਹੋਊਗਾ। ਹਾਂਜੀ, ਉਹਨਾਂ ਨੇ ਉਹ ਕੀ ਕਹਿ ਰਿਹਾ ਕਿ ਉਹਨੇ ਆਪਣੀ ਡਿਸਕਵਰੀ ਕਰਨੀ ਸ਼ੁਰੂ ਕੀਤੀ। ਉਹਨੇ ਦੋ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਯੂਜ਼ ਕੀਤਾ, ਆਰਸੈਨਿਕ ਤੇ ਬੈਲੇਡੋਨਾ। ਆਫਟਰ ਦੈਟ ਉਹ ਕਹਿੰਦੇ ਕਿ ਉਹ ਆਪਦੇ ਟ੍ਰੀਟਮੈਂਟ ਵਿੱਚ ਉਹ ਕੀ ਕਰਦੇ ਸੀਗੇ ਕਿ ਉਹਨੇ ਕੁਝ ਜਿਹੜੀਆਂ ਸਬਸਟੈਂਸਿਸ ਸੀ ਆਪ ਵੀ ਕੰਜ਼ਿਊਮ ਕੀਤੀਆਂ ਔਰ ਉਹਨਾਂ ਲਈ ਕੁਝ ਹੈਲਦੀ ਵੋਲੰਟੀਅਰਸ ਲੈ ਲਏ ਵੀ ਉਹਨਾਂ ਤੇ ਉਹ ਐਕਸਪੈਰੀਮੈਂਟ ਕਰੂਗਾ। ਤੁਹਾਨੂੰ ਪਤਾ ਨਾ ਕਿਸੇ ਵੀ ਮੈਡੀਸਿਨ ਜਦੋਂ ਵੀ ਲਾਂਚ ਹੁੰਦੀ ਆ ਉਸ ਤੋਂ ਪਹਿਲਾਂ ਉਹਨੂੰ ਕੁਝ ਲੋਕਾਂ ਦੇ ਉੱਪਰ ਐਜ਼ ਐਨ ਐਕਸਪੈਰੀਮੈਂਟ ਯੂਜ਼ ਕੀਤਾ ਜਾਂਦਾ। ਪਹਿਲਾਂ ਐਨੀਮਲਸ ਤੇ ਕਰਦੇ ਆ, ਫਿਰ ਕੀ ਆ ਹਿਊਮਨਸ ਤੇ ਕਰਦੇ ਆ,
ਤਾਂ ਕਿ ਸਾਰੇ ਲੋਕਾਂ ਤੇ ਉਹਦਾ ਕੋਈ ਬੁਰਾ ਪ੍ਰਭਾਵ ਨਾ ਪਵੇ, ਜੇ ਮਰਨ ਤਾਂ ਥੋੜੇ ਜਿਹੇ ਮਰਨ। ਕਹਿਣ ਦਾ ਮਤਲਬ ਇਹ ਹੈ ਬੱਚੇ, ਇੱਕ ਹੈਨਮਨ ਹੈ, ਉਹ ਬੰਦੇ ਦਾ ਨਾਮ ਹੈਗਾ, ਉਹਨੇ ਇੱਕ ਡਿਸਕਵਰੀ ਕਰੀ ਸੀਗੀ, ਉਹਦੀ ਡਿਸਕਵਰੀ ਐਕਸੀਡੈਂਟਲ ਹੋਈ ਸੀ, ਮਤਲਬ ਕਿ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਉਹਨੇ ਖੋਜ ਕਰ ਲਈ ਕਿਸੇ ਚੀਜ਼ ਦੀ। ਉਹਨੇ ਕੁਇਨੀਨ ਲਈ, ਜਦੋਂ ਮਲੇਰੀਆ ਲਈ ਕਹਿੰਦੇ ਆ, ਤਾਂ ਉਹਨੂੰ ਮਲੇਰੀਆ ਹੋ ਗਿਆ। ਇੱਕ ਰੂਲ ਹੈਗਾ, ਜੇ ਤਾਂ ਤੁਹਾਨੂੰ ਮਲੇਰੀਆ ਨਹੀਂ ਹੈਗਾ, ਤੁਸੀਂ ਐਮ ਨਾਰਮਲ ਬੰਦੇ ਹੋ, ਤੁਸੀਂ ਕੁਇਨੀਨ ਖਾ ਲਓ, ਤੁਹਾਨੂੰ ਮਲੇਰੀਆ ਹੋ ਜਾਊਗਾ। ਜੇ ਤੁਹਾਨੂੰ ਮਲੇਰੀਆ ਹੈਗਾ, ਤੁਸੀਂ ਕੁਇਨੀਨ ਖਾ ਲਓ, ਤੁਸੀਂ ਠੀਕ ਹੋ ਜਾਓਗੇ। ਠੀਕ ਹੈ, ਇਹ ਰੂਲ ਸੀਗਾ। ਇਸ ਤੋਂ ਬਾਅਦ ਕੀ ਹੋਇਆ ਕਿ ਸਿੰਸ ਮਲੇਰੀਆ ਪੇਸ਼ੈਂਟ ਉਦੋਂ ਤੋਂ ਟ੍ਰੀਟਡ ਕੁਇਨੀਨ ਨਾਲ ਕਰਨ ਲੱਗੇ, ਇਹ ਉਹਨੇ ਮਲੇਰੀਆ ਕਿਉਰਡ ਬਾਈ ਕੁਇਨੀਨ, ਕਿਉਂਕਿ ਜਿਹੜਾ ਮਲੇਰੀਆ ਹੈ ਇਹ ਕਿਉਰਡ ਕੀਤਾ ਜਾਂਦਾ। ਕਿਉਰਡ ਮਤਲਬ ਕਿ ਇਹਦਾ ਇਲਾਜ ਕੀਤਾ ਜਾਂਦਾ ਜਿਹੜਾ ਕੁਇਨੀਨ ਤੋਂ ਕੀਤਾ ਜਾਂਦਾ ਸੀਗਾ। he decided to explore his theory by testing other stuff used on the medicine at the time such as, ਉਹਨੇ ਇੱਕ ਆਰਸੈਨਿਕ ਲਿਆ, ਇੱਕ ਬੈਲੀਡੋਨਾ ਲਿਆ, ਮਤਲਬ ਉਹਦਾ ਐਕਸਪੈਰੀਮੈਂਟ ਕਰ ਰਿਹਾ ਹੁਣ, ਉਹ ਰਿਐਲਿਟੀ ਬੇਸਡ ਐਕਸਪੈਰੀਮੈਂਟ ਕਰਕੇ ਦੇਖ ਰਿਹਾ। His tests were conducted by either taking the substance internally himself or by administering them to a healthy volunteer and then recording all the symptoms of the volunteers experienced। ਸੌਖੀ ਭਾਸ਼ਾ ਚ ਜੇ ਸਮਝਾਵਾਂ, ਉਹਨੇ ਇੱਕ ਕੰਮ ਕੀਤਾ, ਆਪ ਵੀ ਆਪਣੇ ਆਪ ਤੇ ਅਪਲਾਈ ਕਰਿਆ ਤੇ ਆਪਣੇ ਨਾਲ ਦੀ ਇੱਕ ਟੀਮ ਬਣਾਈ, ਉਹ ਚ 5-7 ਬੰਦੇ ਲਏ, ਉਹਨਾਂ ਤੇ ਵੀ ਉਹਦਾ ਐਕਸਪੈਰੀਮੈਂਟ ਕਰਕੇ ਦੇਖਿਆ ਕਿ ਇਹ ਦਵਾਈ ਮਾੜਾ ਪ੍ਰਭਾਵ ਦਿਖਾਉਂਦੀ ਹੈ ਜਾਂ ਚੰਗਾ ਪ੍ਰਭਾਵ ਦਿਖਾਉਂਦੀ ਹੈ। ਦੈਟਸ ਇਟ। He continued his experiments on a wide range of natural substance often toxic। ਕਹਿੰਦੇ ਫਿਰ ਉਹਨੇ ਆਪਣਾ ਜਿਹੜਾ ਐਕਸਪੈਰੀਮੈਂਟ ਉਹਨੂੰ ਕੰਟੀਨਿਊ ਰੱਖਿਆ, ਉਹਨੇ ਬਹੁਤ ਸਾਰੇ ਨੈਚੁਰਲ ਸਬਸਟੈਂਸਸ ਤੇ ਵੀ ਕੰਮ ਕੀਤਾ ਤੇ ਕੁਝ ਟੌਕਸਿਕ ਸਬਸਟੈਂਸਸ ਤੇ ਵੀ ਕੰਮ ਕੀਤਾ। These recorded result created drug picture। ਕਹਿੰਦੇ ਜਿਹੜੇ ਦੇ ਰਿਜ਼ਲਟ ਸੀਗੇ ਉਹ ਡਰਗ ਪਿਕਚਰਸ ਮਤਲਬ ਬਣਾਉਂਦੇ ਸੀਗੇ, ਮਤਲਬ ਉਹ ਦੇਖਦੇ ਸੀ ਕਿ ਕਿਹੜੀ ਚੀਜ਼ ਨੂੰ ਮਿਲਾ ਕੇ ਕੀ ਬਣਦਾ, ਇੱਕ ਪਿਕਚਰ ਬਣਾਉਂਦੇ ਸੀ which formed the basis for the new system of medicine। ਜਿਹਦੇ ਤੋਂ ਉਹ ਮੈਡੀਸਿਨ ਦਾ ਇੱਕ ਨਵਾਂ ਸਿਸਟਮ ਉਹ ਕ੍ਰੀਏਟ ਕਰਦਾ ਸੀ। The next step was to give a tested substance to a patient suffering from the same group of symptoms represented by a drug picture recorded। ਫਿਰ ਮਤਲਬ ਉਹ ਕਹਿ ਰਿਹਾ ਕਿ ਉਹ ਕੀ ਕਰਦੇ ਸੀ ਕਿ ਜਿੱਦਾਂ ਇੱਕ ਬੰਦਾ ਕੋਈ ਇਸ ਕਿਸੇ ਬਿਮਾਰੀ ਨਾਲ ਕੋਈ ਪ੍ਰੋਬਲਮ ਆ, ਉਸੇ ਵਰਗੇ ਸਿੰਪਟਮਸ ਵਰਗਾ ਇੱਕ ਹੋਰ ਲੱਭ ਲੈਂਦੇ ਸੀ, ਫਿਰ ਉਹਨਾਂ ਨੂੰ ਦਵਾਈ ਦਿੰਦੇ ਸੀ, ਫਿਰ ਉਹ ਦੇਖਦੇ ਸੀ ਕਿ ਉਹਨਾਂ ਦੀ ਪਿਕਚਰ ਰਿਕਾਰਡ ਕਰਦੇ ਸੀ ਵੀ ਕਿਹੜੇ ਬੰਦੇ ਤੇ ਦਵਾਈ ਨੇ ਕਿਸ ਤਰੀਕੇ ਨਾਲ ਕੰਮ ਕੀਤਾ। ਪਿਕਚਰ ਰਿਕਾਰਡ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਦੀ ਸੈਲਫੀ ਖਿੱਚਦੇ ਸੀਗੇ। ਪਿਕਚਰ ਰਿਕਾਰਡ ਦਾ ਮਤਲਬ ਹੈਗਾ ਕਿ ਉਹਦਾ ਜੋ ਰਿਕਾਰਡ ਵੀ, ਉਹਦੀ ਪਰਫਾਰਮੈਂਸ, ਉਹਦੀ ਹੈਲਥ 'ਚ ਸੁਧਾਰ ਆਇਆ ਜਾਂ ਨਹੀਂ ਆਇਆ, ਦਵਾਈ ਨੇ ਕੰਮ ਕਰਿਆ ਜਾਂ ਨਹੀਂ ਕਰਿਆ। The results were incredible। ਜਿਹੜੇ ਰਿਜ਼ਲਟਸ ਸੀਗੇ ਉਹ ਬੜੇ ਜ਼ਿਆਦਾ ਇਨਕ੍ਰੈਡੀਬਲ ਸੀਗੇ, ਸ਼ਾਨਦਾਰ ਸੀਗੇ, ਸ਼ਾਨਦਾਰ, ਬਹੁਤ ਵਧੀਆ ਰਿਜ਼ਲਟਸ ਆਏ। People were being cured from the disease that had never been cured before। ਹੁਣ ਉਹ ਬਿਮਾਰੀਆਂ ਦਾ ਵੀ ਕਹਿੰਦੇ ਇਲਾਜ ਹੋਣ ਲੱਗ ਗਿਆ ਸੀ ਜਿਹੜੀਆਂ ਦਾ ਕਦੀ ਪਹਿਲਾਂ ਇਲਾਜ ਨਹੀਂ ਸੀਗਾ। Very good। Sorry। He condensed his theory into a single Latin phrase, similia similibus creature, मतलब कि let likes be cured by likes। ਹੁਣ ਕਹਿੰਦੇ ਕਿ ਦੇਖੋ ਇੱਥੇ ਤੱਕ ਐਕਸਪੈਰੀਮੈਂਟ ਦੀ ਗੱਲ ਹੋ ਰਹੀ ਸੀ, ਕਹਿੰਦੇ ਹੁਣ ਜਦੋਂ ਉਹਨੇ ਇੰਨੇ ਸਾਰੇ ਐਕਸਪੈਰੀਮੈਂਟ ਕੀਤੇ, ਲੋਕਾਂ ਨੂੰ ਠੀਕ ਕੀਤਾ, ਹੁਣ ਉਹਨੇ ਕਹਿੰਦੇ ਆਪਣੀ ਇਸ ਥਿਉਰੀ ਨੂੰ ਇੱਕ ਸਿੰਪਲ ਜਿਹਾ ਇੱਕ ਲੈਟਿਨ ਦਾ ਫਰੇਜ਼ ਲਿਆ, ਉਹਦੇ ਚ ਆਪਣੀ ਥਿਉਰੀ ਨੂੰ ਲਿਖਤਾ, that is similia similibus creature। ਠੀਕ ਹੈ, ਜੋ ਵੀ ਹੈਗਾ, ਹਾਂ, ਮਤਲਬ ਇੱਕ ਲੈਟਿਨ ਦੇ ਵਿੱਚ ਲਿਖਿਆ ਹੋਇਆ। ਪਹਿਲਾਂ ਉਹਨੇ ਪ੍ਰੈਕਟੀਕਲ ਕਰਿਆ, ਹੁਣ ਥਿਓਰੈਟੀਕਲ ਕਰਿਆ। ਪ੍ਰੈਕਟੀਕਲ ਸਮਝਦੇ ਹੋ ਨਾ, ਪ੍ਰੈਕਟੀਕਲ ਚ ਤਾਂ ਉੱਪਰ ਸਾਰਿਆਂ ਦੇ ਐਕਸਪੈਰੀਮੈਂਟ ਕਰੇ, ਆਪ ਵੀ ਦਵਾਈ ਲਈ, ਦੂਜਿਆਂ ਨੂੰ ਵੀ ਦਿੱਤੀ, ਉਹ ਪ੍ਰੈਕਟੀਕਲ ਸੀਗਾ। ਹੁਣ ਥਿਓਰੈਟੀਕਲ ਚ ਉਹਨੇ ਲੈਟਿਨ ਫਰੇਜ਼ ਲਿਖਿਆ, ਆ ਲਿਖਤਾ let likes be cured by likes, ਕਿਉਂਕਿ ਉਹਨੇ ਆਪਣੀ ਥਿਉਰੀ ਨੂੰ ਨਾਮ ਦਿੱਤਾ ਹੁਣ। ਹਾਂ, this means that the disease can be cured by a medicine which produces in a healthy person symptoms similar to those experienced by the patient। ਕਹਿੰਦੇ ਕਿ ਉਹਨੇ ਮਤਲਬ ਇੱਕ ਇਹਦਾ ਮਤਲਬ ਇਹ ਸੀਗਾ ਕਿ ਇਹ ਉਹ ਜਿਵੇਂ ਆਪਾਂ ਪਿੱਛੇ ਗੱਲ ਨਹੀਂ ਕਰਕੇ ਆਏ ਕਿ ਜਿੱਦਾਂ ਕਿ ਹਰ ਬਿਮਾਰੀ ਦਾ ਕਹਿੰਦਾ ਇਲਾਜ ਹੈਗਾ, ਤੇ ਉਹ ਕੀ ਆ ਜਿਹੜੀ ਉਹ ਮਤਲਬ ਪ੍ਰੋਬਲਮ ਹੁੰਦੀ ਆ ਉਹ ਹੈਲਦੀ ਪਰਸਨ ਦੇ ਲਈ ਕਈ ਵਾਰੀ ਪ੍ਰੋਬਲਮ ਕ੍ਰੀਏਟ ਕਰ ਦਿੰਦੀ। ਜਿਵੇਂ ਆਪਾਂ ਕਹਿੰਦੇ ਕਿ ਜਿਹਨੂੰ ਹੈਗਾ ਉਹਨੂੰ ਮਤਲਬ ਠੀਕ ਹੋ ਜਾਂਦਾ, ਜਿਹਨੂੰ ਨਹੀਂ ਹੈਗਾ ਉਹ ਬਿਮਾਰ ਹੋ ਜਾਂਦਾ। ਸਾਫ਼ ਤੇ ਸੌਖੇ ਸ਼ਬਦਾਂ 'ਚ ਨਾ ਪੈਰਾ ਬਹੁਤ ਵੱਡਾ ਸੀਗਾ ਤੇ ਡਰਨ ਦੀ ਕੋਈ ਲੋੜ ਨਹੀਂ ਹੈਗੀ। ਬਸ ਆਪਾਂ ਸਾਰੇ ਪੈਰੇ 'ਚ ਨਾ ਮੋਟੀਆਂ-ਮੋਟੀਆਂ ਜਿਹੀਆਂ ਇਹ ਲਾਈਨਾਂ ਦੇਖੀਆਂ ਨੇ, ਉਹਨੇ ਉੱਪਰ ਆਪਣਾ ਸਾਰਾ ਪ੍ਰੈਕਟੀਕਲ ਕਰਿਆ ਤੇ ਉਹ ਜਿਹੜਾ ਪ੍ਰੈਕਟੀਕਲ ਕਰਿਆ ਸੀਗਾ ਉਹਨੂੰ ਉਹਨੇ ਲਿਖ ਕੇ ਆਪਣੇ ਥਿਓਰੈਟੀਕਲ ਵਰਕ 'ਚ ਰੱਖ ਲਿਆ। ਦੈਟਸ ਇਟ। ਇੰਨੀ ਚੀਜ਼ ਨੂੰ ਅਗਰੀ ਕਰਦੇ ਹੋ?
ਪ੍ਰੈਕਟੀਕਲ ਚ ਉਹਨੇ ਦਵਾਈ ਲਈ, ਆਪਣੇ ਨਾਲ ਦਿਆਂ ਨੂੰ ਦਿੱਤੀ, ਐਕਸਪੈਰੀਮੈਂਟ ਕਰਿਆ, ਜੋ ਮਰਜ਼ੀ ਕਰਿਆ। ਹੁਣ ਆਪਾਂ ਕੀ ਕਰਦੇ ਹਾਂ, ਲਿਸਟ ਆਫ ਹੈਡਿੰਗ ਤੇ ਆਉਂਦੇ ਆ ਤੇ ਆਪਾਂ ਇਹ ਨਹੀਂ ਮੈਚ ਕਰਾਂਗੇ, ਧਿਆਨ ਰੱਖਿਓ ਮੇਰੀ ਗੱਲ ਦਾ, ਆਪਾਂ ਇਹ ਨਹੀਂ ਦੇਖਣਾ ਕਿ ਸਾਡਾ ਆਨਸਰ ਕਿਹੜਾ ਹੈਗਾ, ਆਪਾਂ ਇਹ ਦੇਖਣਾ ਹੈ ਵੀ ਸਾਡਾ ਆਨਸਰ ਇਹ ਵੀ ਨਹੀਂ ਹੈਗਾ, ਇਹ ਵੀ ਨਹੀਂ ਹੈਗਾ, ਬਲਕਿ ਆਪਾਂ ਕਰਾਂਗੇ ਐਲੀਮੀਨੇਸ਼ਨ ਮੈਥਡ ਤੇ ਉਹਦੇ ਨਾਲ ਤੁਸੀਂ ਆਪਣਾ 100% ਆਨਸਰ ਹੈ ਜਿਹੜਾ ਉਹ ਸ਼ੋਰਟੀ ਨਾਲ ਕੱਢ ਲਓਗੇ। ਚਲੋ ਆਜੋ ਆਪਾਂ ਦੇਖਦੇ ਹਾਂਗੇ। ਜਿਵੇਂ ਸਟੂਡੈਂਟਸ ਸੋਚਦੇ ਹੋ 9 ਆਊਟ ਆਫ 9 ਕਿਵੇਂ ਆਉਂਦੇ ਆ, ਹਾਂ। ਐਵੇਂ ਆਉਂਦੇ ਆ, ਕਿਉਂਕਿ ਸ਼ੋਰਿਟੀ ਹੋਣਾ ਤੁਹਾਨੂੰ ਆਨਸਰ ਤੇ ਬਹੁਤ ਜ਼ਰੂਰੀ ਆ। ਫਿਰ ਇਹਦੇ ਨਾਲ ਜਿਹੜਾ ਤੁਹਾਡਾ ਸਹੀ ਆਨਸਰ ਹੋਊਗਾ ਤੁਸੀਂ ਉਹਨੂੰ ਕੱਟ ਦੋਗੇ, ਅਗਲੀ ਵਾਰ ਤੁਹਾਨੂੰ ਉਹ ਪੜ੍ਹਨਾ ਨਹੀਂ ਪਊਗਾ ਕਿਉਂਕਿ ਤੁਸੀਂ ਸ਼ੋਰ ਹੋ ਕਿ ਮੇਰਾ ਠੀਕ ਆਨਸਰ। ਚਲੋ ਮਤਲਬ ਕਿ ਆਪਾਂ ਕਰਦੇ ਆ, ਦੇਖੋ ਧਿਆਨ ਨਾਲ, ਅਸਪੈਕਟ ਆਫ ਟ੍ਰੀਟਮੈਂਟ, ਕੋਈ ਗੱਲ ਨਹੀਂ ਕਰੀ, ਆ ਤਾਂ ਪਤਾ ਹੈ ਕਿ ਅਸਪੈਕਟ ਕੋਈ ਕੋਈ ਰੂਪ ਦੀ ਗੱਲ ਨਹੀਂ ਕਰੀ ਉਹਦੇ। ਐਡਵਾਂਟੇਜ ਐਂਡ ਲਿਮਿਟੇਸ਼ਨ ਆਫ ਹੋਮੋਪੈਥੀ, ਕੋਈ ਐਡਵਾਂਟੇਜ ਨਹੀਂ ਕਰਿਆ, ਕੋਈ ਲਿਮਿਟੇਸ਼ਨ ਨਹੀਂ ਕਰੀ ਹੈਗੀ, ਇਹ ਵੀ ਨਹੀਂ ਹੈਗਾ। ਡਿਬੇਟ ਓਵਰ ਇਫੈਕਟਿਵਨੈਸ, ਕੋਈ ਡਿਬੇਟ ਨਹੀਂ ਕਰੀ ਆਪਾਂ ਨੇ। ਪ੍ਰੈਪਰੇਸ਼ਨ ਆਫ ਮੈਡੀਸਨ, ਆਪਾਂ ਕੋਈ ਨਹੀਂ ਦੱਸਿਆ ਕਿ ਮੈਡੀਸਨ ਬਣਦੀ ਕਿਵੇਂ ਹੈ। ਰਿਵਾਈਵਲ ਆਫ ਹੋਮੋਪੈਥੀ, ਇਹ ਆਲਰੇਡੀ ਆ ਚੁੱਕਿਆ ਸੀ ਆਪਣਾ ਜਿਹੜਾ ਸੈਕਸ਼ਨ ਏ ਦੀ ਉਹਨੇ ਐਗਜ਼ਾਮਪਲ ਦਿੱਤੀ ਸੀਗੀ। ਉੱਪਰੋਂ ਆ ਜਾਓ, ਦਾ ਫਿਊਚਰ ਆਫ ਹੋਮੋਪੈਥੀ, ਕੋਈ ਫਿਊਚਰ ਦੀ ਗੱਲ ਨਹੀਂ ਕਰੀ ਆਪਣੀ। ਕੰਸਰਨ ਅਬਾਊਟ ਹੋਮੋਪੈਥੀ, ਕੋਈ ਕੰਸਰਨ ਨਹੀਂ ਕਰਿਆ ਹੈਗਾ। ਕੰਪੈਰੀਜ਼ਨ ਵਿਦ ਟ੍ਰੈਡੀਸ਼ਨਲ ਤੇ ਵੈਸਟਰਨ ਮੈਡੀਸਨ, ਦੋ ਮੈਡੀਸਨ ਦਾ ਆਪਸ ਕੰਪੈਰੀਜ਼ਨ ਨਹੀਂ ਕਰਿਆ। ਡਾਕਟਰ ਐਸ ਹੈਨੇਮਨ, ਨਹੀਂ ਬਹੁਤਿਆਂ ਨੂੰ ਲੱਗਦਾ ਹੋਣਾ ਕਿ ਸਰ ਐਸ ਹੈਨੇਮਨ ਹੈ, ਪਰ ਉਹਦਾ ਤਾਂ ਇੱਕ ਨੇਮ ਦੱਸਿਆ ਸੀਗਾ, ਇਹ ਤਾਂ ਹੁੰਦਾ ਜੋ ਉਹਦਾ ਬਰਥ, ਉਹਦੀ ਸਾਰੀ ਇੰਟਰੋਡਕਸ਼ਨ ਦਿੱਤੀ ਹੁੰਦੀ, ਉਹਦਾ ਕੁਝ ਵੀ ਨਹੀਂ ਦੱਸਿਆ। ਧਿਆਨ ਨਾਲ ਦੇਖਿਓ, ਫਿਫਥ ਆਪਣਾ, ਫਿਫਥ ਕਹਿ ਰਹੇਗਾ ਥਿਓਰੈਟੀਕਲ ਐਂਡ ਐਕਸਪੈਰੀਮੈਂਟਲ ਬੇਸਿਸ ਤੇ ਐਕੂਰੇਟ ਆਪਣਾ ਜਿਹੜਾ ਆਨਸਰ ਹੈ ਉਹ ਫਿਫਥ ਹੈਗਾ। ਫਿਫਥ ਕਿਉਂ ਹੈਗਾ, ਕਿਉਂਕਿ ਇਹ ਚ ਉਹਨੇ ਥਿਓਰੈਟੀਕਲ ਵੀ ਕਰਿਆ ਤੇ ਐਕਸਪੈਰੀਮੈਂਟ ਵੀ ਕਰਿਆ। ਐਕਸਪੈਰੀਮੈਂਟ ਤਾਂ ਉੱਪਰ ਕਰਦਾ ਹੀ ਆ ਰਿਹਾ ਸੀਗਾ, ਜਿਹੜੀ ਉਹਦੀ ਥਿਉਰੀ ਸੀ ਕਿ ਉਹ ਸਾਰੇ ਐਕਸਪੈਰੀਮੈਂਟ ਕਰੇ ਉਹਨੇ, ਤੇ ਜਿਹੜਾ ਥਿਓਰੈਟੀਕਲ ਉਹਨੇ ਲਿਖਣ ਵਾਲਾ, ਤੇ ਉਹਨੇ ਆਪਣੇ ਸਾਰੇ ਐਕਸਪੈਰੀਮੈਂਟ ਦਾ ਨਾਮ ਹੈ ਜਿਹੜਾ ਉਹ ਥਿਓਰੈਟੀਕਲ ਦਿੱਤਾ ਤੇ ਉਹਨੂੰ ਲਿਖ ਕੇ ਦਿੱਤਾ, ਤਾਂ ਇਸ ਕਰਕੇ ਜਿਹੜਾ ਆਪਣਾ ਆਨਸਰ ਹੈ ਫਿਫਥ ਹੈ। ਬਹੁਤ ਬੱਚਿਆਂ ਦੇ ਮਨ 'ਚ ਡਾਊਟ ਆ ਸਕਦਾ ਕਿਤੇ ਨਾ ਕਿਤੇ ਫੋਰਥ ਨੂੰ ਲੈ ਕੇ ਕਿ ਡਾਕਟਰ ਇਹਦਾ ਨੇਮ ਕਿਉਂ ਨਹੀਂ ਆਇਆ, ਕਿਉਂਕਿ ਆਪਣੇ ਇਹਦੀ ਇਹ ਗੱਲ ਕਰ ਰਹੇ ਸੀ ਆਪਾਂ। ਇਹਦਾ ਨੇਮ ਤਾਂ ਆਉਂਦਾ ਬੱਚੇ ਜੇ ਆਪਾਂ ਇਹਨੂੰ ਇੰਟਰੋਡਿਊਸ ਕਰਦੇ ਪੂਰਾ, ਕਿ ਉਹਨਾਂ ਪੈਦਾ ਕਦੋਂ ਹੋਇਆ, ਉਹਨਾਂ ਦੀ ਥਿਉਰੀਜ਼ ਕੀ ਕੀਤੀਆਂ, ਲੋਕਾਂ 'ਚ ਕਿਵੇਂ ਇਹਨਾਂ ਜਾਣੂ ਹੋਇਆ, ਉਹਦੀ ਮਤਲਬ ਕਿ ਇੰਟਰੋਡਕਸ਼ਨ ਆ, ਉਹਦਾ ਜਨਮ ਆ, ਉਹਦੀ ਟੀਚਿੰਗ, ਉਹਦੀ ਪੜ੍ਹਾਈ, ਉਹਦੀ ਲਰਨਿੰਗ, ਸਾਰਾ ਕੁਝ ਹੁੰਦਾ। ਇਹਦਾ ਕੁਝ ਵੀ ਨਹੀਂ ਸੀਗਾ, ਉਹ ਤਾਂ ਕੱਲਾ ਐਕਸਪੈਰੀਮੈਂਟ ਦੀ ਗੱਲ ਕਰੀ ਸੀ, ਦੈਟਸ ਇਟ। ਮੈਂ ਤੁਹਾਨੂੰ ਇੱਕ ਵਾਰ ਮਿਊਟ ਤੋਂ ਹਟਾਉਣਾ, ਹਲੋ ਇੱਕ ਮਿੰਟ, ਹਲੋ। ਕੋਈ ਵੀ ਕੁਐਸਚਨ ਅਰਾਈਜ਼ ਕਰ ਸਕਦਾ ਤੇ ਤਰੀਕੇ ਵਾਲਾ ਵੈਲਿਊਏਬਲ ਕੁਐਸਚਨ ਹੋਵੇ ਪਲੀਜ਼। ਐਨੀਵਨ? ਨਹੀਂ, ਇਟਸ ਓਕੇ, ਕਰਾਂ ਸਟਾਰਟ ਨੈਕਸਟ? ਚਲੋ ਜੀ, ਵੈਰੀ ਗੁੱਡ। ਫਿਰ ਤਾਂ ਹੈ ਪੈਰਾਗ੍ਰਾਫ ਬੀ। ਹੁਣ ਇੱਕ ਗੱਲ ਯਾਦ ਰੱਖਿਓ, ਜਿਹੜੇ ਤਰੀਕੇ ਨਾਲ ਹੁਣ ਪੈਰਾਗ੍ਰਾਫ ਬੀ ਅਸੀਂ ਪੜਾਵਾਂਗੇ, ਪਰ ਇਤਕੀ ਅਸੀਂ ਆਨਸਰ ਨਹੀਂ ਦਿੰਦੇ ਹੈਗੇ, ਤੇ ਬੀ ਦਾ ਆਨਸਰ ਤੁਸੀਂ ਦੱਸਣਾ ਹੈ, ਤੇ ਨਾਲ ਦੀ ਨਾਲ ਮੈਂ ਚੈਟ ਹੈ ਜਿਹੜੀ ਉਹ ਖੋਲ ਦੂੰਗਾ ਤੇ ਤੁਸੀਂ ਆਪਣਾ ਜਿਹੜਾ ਆਨਸਰ ਹੈ ਉਹ 'ਚ ਦੱਸਣਾ ਹੈਗਾ। ਇਜ਼ ਇਟ ਫਾਈਨ? ਚਲੋ ਚੈਟ ਨਹੀਂ, ਆਪਾਂ ਕੋਈ ਵੀ 5 ਬੱਚੇ ਲਵਾਂਗੇ, 5 ਬੱਚੇ ਜਿਨ੍ਹਾਂ ਦੇ ਮੈਂ ਨਾਮ ਲਵਾਂਗਾ ਵੀ ਬੇਟਾ, ਜਿਵੇਂ ਮੈਂ ਕਹੂੰਗਾ ਕਿ ਸ਼ਿਵਾਲੀ, ਪੂਜਾ, ਸੰਦੀਪ, ਹਿਤੇਸ਼ ਜਾਂ ਮਨਮੀਤ ਮੈਮ, ਕੋਈ ਵੀ 5, ਪਰ ਇਹ 5 ਸ਼ਾਇਦ ਇਹਨਾਂ ਚੋਂ ਇੱਕ ਅੱਧਾ ਲੈਣਾ, ਠੀਕ ਹੈ? ਮਤਲਬ ਕਿ ਬਾਕੀ ਨੇ ਹੋਗਾ ਨਾ ਵੀ ਹਾਂ ਸਾਡਾ ਕਿਹੜਾ ਨਾਮ ਆਊਗਾ, ਤੁਹਾਡਾ ਵੀ ਨਾਮ ਆਊਗਾ, ਏਕਜੋਤ ਮੈਮ ਤੁਹਾਡਾ ਵੀ ਆ ਸਕਦਾ ਹੈਗਾ, ਚਿੰਤਾ ਨਾ ਕਰੋ, ਠੀਕ ਹੈ? ਹੁਣ ਅਸੀਂ ਬਹੁਤ ਵਧੀਆ ਪੈਰਾਗ੍ਰਾਫ ਬੀ ਨੂੰ ਪੜਾਵਾਂਗੇ ਤੇ ਆਨਸਰ ਅਸੀਂ ਨਹੀਂ ਲੱਭਦੇ, ਆਨਸਰ ਤੁਸੀਂ ਲੱਭੋਗੇ, ਠੀਕ ਹੈ? ਚਲੋ ਪੈਰਾਗ੍ਰਾਫ ਬੀ ਦੇਖਦੇ ਹਾਂ। ਕਰੀਏ ਨਾ, ਓਕੇ ਡਨ। ਬੀ ਹੋ ਗਿਆ, ਸੌਰੀ ਪੈਰਾਗ੍ਰਾਫ ਸੀ, ਤੇ ਬੜਾ ਤਰੀਕੇ ਨਾਲ, ਠੀਕ ਹੈ? ਦਾ ਪ੍ਰੋਸੈਸ ਆਫ ਮੇਕਿੰਗ ਰੈਮੀਡੀਜ਼ ਇਜ਼ ਵੈਰੀ ਪ੍ਰੀਸਾਈਜ਼। ਕਹਿੰਦੇ ਜਿਹੜਾ ਇਹਨੂੰ ਮਤਲਬ ਬਣਾਉਣ ਦਾ, ਇਸ ਰੈਮੀਡੀਜ਼ ਨੂੰ ਬਣਾਉਣ ਦਾ ਜਿਹੜਾ ਪ੍ਰੋਸੈਸ ਆ, ਦੈਟ ਇਜ਼ ਵੈਰੀ ਪ੍ਰੀਸਾਈਜ਼, ਬੜਾ ਕਲੀਅਰ ਆ ਉਹ। A homeopathic remedy is normally a single substance. ਇਹਦੀ ਜਿਹੜੀ ਹੋਮੋਪੈਥੀ ਹੁੰਦੀ ਆ ਉਹ ਇੱਕ ਨਾਰਮਲੀ ਵੈਸੇ ਇੱਕ ਸਿੰਗਲ ਸਬਸਟੈਂਸ ਹੈ, ਇੱਕ ਇਕੱਲਾ ਚੀਜ਼ ਆ ਉਹ। The substances may be made from plants, minerals and even animals. ਕਹਿੰਦੇ ਕਦੇ ਬਣੇ ਹੁੰਦੇ ਨੇ ਇਹ ਸਬਸਟੈਂਸ ਜਾਂ ਮਿਨਰਲਸ ਤੋਂ, ਪਲਾਂਟਸ ਤੋਂ ਐਂਡ ਐਨੀਮਲਸ ਤੋਂ ਵੀ ਹੋ ਸਕਦਾ। For example, snake venom,
ਤੇ ਕਟਲਫਿਸ਼ ਇੰਕ। ਹਾਂ, ਉਹਨਾਂ ਨੇ ਐਗਜ਼ਾਮਪਲ ਦੇਤੀ, ਜਿਵੇਂ ਆਪਾਂ ਪਿੱਛੇ ਪਲਾਂਟਸ, ਮਿਨਰਲਸ ਤੇ ਐਨੀਮਲਸ ਦੀ ਗੱਲ ਕਰ ਰਹੇ, ਕਹਿੰਦੇ ਹੋ ਸਕਦਾ ਵੀ ਉਹ ਸਨੇਕ ਦਾ ਵੀ ਹੋਵੇ, ਹੋ ਸਕਦਾ ਕਟਲਫਿਸ਼ ਤੋਂ ਵੀ ਮਤਲਬ ਇਹ ਹੈ ਕਹਿ ਰਹੇ ਵੀ ਜਿਹੜੀਆਂ ਦਵਾਈਆਂ ਨੇਗੀਆਂ ਉਹ ਬਣਦੀਆਂ ਕਿਵੇਂ ਨੇਗੀਆਂ, ਠੀਕ ਆ। To make remedies, the raw material is dissolved in a mixture that contains approximately 90% alcohol and 10% water. Wow. ਕਹਿੰਦੇ ਇਹ ਜਿਹੜੀ ਰੈਮੇਡੀ ਆ ਇਹ ਬਣਦੀ ਆ ਰॉ ਮਟੀਰੀਅਲ। ਇਹਦੇ ਲਈ ਪਤਾ ਕੀ ਚਾਹੀਦਾ ਹੁੰਦਾ? ਰॉ ਮਟੀਰੀਅਲ ਹੁੰਦਾ ਜਿਹੜਾ ਬੇਸਿਕ ਮਟੀਰੀਅਲ ਹੈਗਾ। ਬੇਸਿਕ ਮਟੀਰੀਅਲ ਆ ਉਹਦੇ ਵਿੱਚ 90% ਐਲਕੋਹਲ ਯੂਜ਼ ਹੁੰਦਾ ਐਂਡ 10% ਵਾਟਰ। ਮਤਲਬ ਜੇ ਕਰੇ ਕਿਸੇ ਦਾ ਕੋਈ ਮੂਡ ਹੋਵੇ ਤਾਂ ਤੁਸੀਂ ਇੱਕ ਡੋਲੋ ਦੀ ਗੋਲੀ ਖਾ ਲਿਆ ਕਰੋ। ਸਮਝਦਾਰ ਨੂੰ ਇਸ਼ਾਰਾ ਕਾਫੀ। ਵਾਓ, है ना। The mixture is left to stand for 2 to 4 weeks, shaken occasionally, then strained. ਕਹਿੰਦੇ ਕਿ ਇਹ ਮਿਕਸਚਰ ਨੂੰ ਪਹਿਲਾਂ 2 ਤੋਂ 4 ਹਫ਼ਤੇ ਤੱਕ ਇੱਦਾਂ ਹੀ ਪਿਆ ਰਹਿਣ ਦਿੰਦੇ ਆ, ਫਿਰ ਉਸ ਤੋਂ ਬਾਅਦ ਉਹਨੂੰ ਫੜ ਕੇ ਇੱਦਾਂ ਸ਼ੇਕ ਕਰ ਦਿੰਦੇ ਆ। Okay, the resulting liquid of tincture is then diluted according to very specific measure to factor 1 ਅਨੁਪਾਤ ਕਹਿੰਦੇ ਆ ਅਸੀਂ ਇਹਨੂੰ 100। ਅੱਛਾ, ਮੈਂ ਤਾਂ ਪੰਜਾਬੀ ਆ। Okay, 1:100. For example, to produce a remedy called IC potency or strength, 1 drop of a tincture is added to 99 drops of alcohol water mixture. ਹਾਂਜੀ, ਉਹਨਾਂ ਨੇ ਨਾ ਆਪਾਂ ਨੂੰ ਰੇਸ਼ੋ ਦੱਸਤੀ ਵੀ ਆਪਾਂ ਇਹਨੂੰ ਬਣਾਉਣਾ ਕਿਵੇਂ ਆ, ਹਨਾ। ਇਹਨੂੰ ਬਹੁਤ ਜ਼ਿਆਦਾ ਨਾ ਪਤਾ ਕੀ ਆ, ਜਿੱਦਾਂ ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਬਹੁਤ ਜ਼ਿਆਦਾ ਐਕਸਪਲੇਨ ਨਾ, ਕੱਲੀ ਚੀਜ਼ ਦਾ ਨਾ ਮਤਲਬ ਨਾ, ਵੀ ਪੋਟੈਂਸੀ ਕੀ ਹੁੰਦਾ, ਹਨਾ, ਰੈਮੇਡੀ I1 IC ਕੀ ਹੈ, ਇਦਾਂ ਦੀਆਂ ਚੀਜ਼ਾਂ। ਦੇਖੋ ਆਪਾਂ ਨੂੰ 1 IC ਪੋਟੈਂਸ਼ੀਅਲ ਤੋਂ ਕੋਈ ਮਤਲਬ ਨਹੀਂ ਹੈਗਾ, ਆਪਣੇ ਆਨਸਰ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ, ਕਿਉਂਕਿ ਉਹ ਤਾਂ ਇਹ ਕਹਿ ਰਹੇ ਨੇ ਕੋਈ ਚੀਜ਼ ਬਣ ਰਹੀ ਆ, ਉਹ ਕਹਿੰਦੇ ਵੀ ਇਹਨੂੰ ਰੇਸ਼ੋ ਰੱਖ ਲੈਂਦੇ ਨੇ ਕਿ 1:100 ਦੀ ਰੇਸ਼ੋ ਹੁੰਦੀ ਆ। ਜਿਵੇਂ 99 ਬੂੰਦਾਂ ਇਸ ਚੀਜ਼ ਦੀਆਂ ਨੇ, 1 ਬੂੰਦ ਆ ਚੀਜ਼ ਦੀ ਬਣਦਾ ਹੈ, ਇਸ ਤਰੀਕੇ ਨਾਲ ਬਣਦਾ ਹੈ। ਦੇਖੋ ਮੈਡਮ ਨੇ ਕਿਹਾ ਵੀ 99 ਬੂੰਦਾਂ ਇਸ ਚੀਜ਼ ਦੀ ਨੇ, ਸ਼ਰਾਬ ਦਾ ਨਾਮ ਨਹੀਂ ਲਿਆ। ਵਾਓ ਪੰਡਿਤ। ਚਲੋ, to produce a 2C potency, 1 drop of IC mixture is added, हो गया, ठीक है। Between each mixture the remedy is shaken vigorously। ਹਾਂਜੀ, ਫਿਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਹਰ ਜਿੱਦਾਂ ਕੋਈ ਵੀ ਮਿਕਸਚਰ ਬਣਾਉਂਦੇ ਆ, ਫਿਰ ਉਹਨੂੰ ਚੰਗੀ ਤਰ੍ਹਾਂ ਸ਼ੇਕ ਕਰਦੇ ਆ, ਮਿਕਸ ਕਰ ਲੈਂਦੇ ਆ ਚੰਗੀ ਤਰ੍ਹਾਂ। ਹੈਨੀਮਨ ਬਲੀਵਡ, ਹੁਣ ਮੰਨ ਕੇ ਚਲੋ ਇੱਕ ਵਰਡ ਦੇਦਾ ਹੈਨੀਮਨ, ਕਿਤੇ ਤੁਹਾਨੂੰ ਲੱਗੇ ਵੀ ਉਹ ਸਰ ਡਾਕਟਰ ਹੈਨੀਮਨ ਇਹਦਾ ਆਨਸਰ ਹੈ, ਇੱਕ ਸ਼ਬਦ ਨਾਲ ਕਦੇ ਵੀ ਆਨਸਰ ਨਹੀਂ ਆਉਂਦਾ, ਓਵਰਆਲ ਕੱਢਣਾ। ਹਾਂ, ਓਵਰਆਲ ਕੱਢਣਾ, ਠੀਕ ਹੈ। ਹੈਨੀਮਨ ਬਲੀਵਡ that through this process the energy of the substance was released। ਕਹਿੰਦੇ ਹੈਨੀਮਨ ਕਹਿੰਦਾ ਕਿ ਇਸ ਪ੍ਰੋਸੈਸ ਨਾਲ ਜਿਹੜੀ ਸਬਸਟੈਂਸ ਦੀ એનર્ਜੀ ਹੋਊਗੀ ਉਹ ਰਿਲੀਜ਼ ਹੋ ਜੂਗੀ। ਆ ਰਹੀਆਂ ਦੋ ਲੈਣਾ। The remedy has been diluted beyond the 12C potential. It's unlikely that even a molecule original substance remains, yet ironically the more dilute the remedy the stronger is it। ਕਹਿੰਦੇ ਜਦੋਂ ਹੁਣ 12C ਪੋਟੈਂਸੀ ਦੀ ਚੀਜ਼ ਬਣਾਉਣਗੇ, ਫਿਰ ਉਹ ਕਹਿੰਦੇ ਕਿ ਫਿਰ ਉਹਦੇ ਚ origignal substance ਦੇ ਜਿਹੜੇ ਮੋਲੀਕਿਊਲ ਨੇ ਉਹ ਵੱਧ ਜਾਣਗੇ। ਕਹਿੰਦੇ ਕਿ ਉਹ ਆਇਰੋਨਿਕਲੀ ਇਹ ਕਹਿ ਰਿਹਾ ਕਿ ਜਿਹੜੀ ਜਿੰਨਾ ਜ਼ਿਆਦਾ ਉਹਨੂੰ ਡਿਲੂਟ ਕਰੀ ਜਾਣਗੇ ਉਹਨਾਂ ਜ਼ਿਆਦਾ ਸਟਰੋਂਗ ਹੁੰਦਾ ਜਾਏਗਾ। This makes no sense in a light of present day science, but regardless of what science tells us is impossible in practice, the higher of the dilution the stronger and the more lasting the effect। ਕਹਿੰਦੇ ਕਿ ਇਹ ਮਤਲਬ ਆਪਾਂ ਨੂੰ ਕੁਝ ਸਮਝਾਉਣਾ ਚਾਹੁੰਦਾ, ਪਰ ਉਹ ਸਾਇੰਸ ਕਹਿੰਦੇ ਅੱਛੇ ਤਰੀਕੇ ਨਾਲ ਸਮਝਾ ਨਹੀਂ ਪਾਈ। ਉਹਨਾਂ ਨੇ ਬਸ ਇੰਨੀ ਗੱਲ ਦੱਸੀ ਕਿ ਜਿੰਨਾ ਜ਼ਿਆਦਾ ਡਿਲੂਟ ਕਰੀ ਜਾਓਗੇ ਉਹ ਜਿਹੜਾ ਪਾਰਟੀਕਲ ਆ, ਜੋ ਚੀਜ਼ ਅਸੀਂ ਬਣਾ ਰਹੇ ਆ, ਮਤਲਬ ਉਹਨਾਂ ਨੇ ਆਪਾਂ ਨੂੰ ਹੋਮੋਪੈਥੀ ਦਾ ਪ੍ਰੋਸੀਜਰ ਜਿਹਾ ਦੱਸ ਰਹੇ ਨੇ ਨਾ, ਕਹਿੰਦੇ ਵੀ ਉਹ ਉਹਨਾਂ ਸਟਰੋਂਗ ਹੁੰਦਾ ਜਾਊਗਾ, ਵੀ ਇੰਨੀਆਂ ਚੀਜ਼ਾਂ ਦੀ ਉੱਥੇ ਮਾਤਰਾ ਰੱਖਣੀ ਆ। ਕਿਸੇ ਚੀਜ਼ ਨੂੰ ਬਣਾਉਣ ਦੀ ਗੱਲ ਕਰੀਏ ਵੀ ਐਵੇਂ ਬਣਦੀ ਹੈ, ਦੈਟਸ ਇਟ, ਠੀਕ ਹੈ। ਹੁਣ ਮੈਂ ਦੱਸਦਾ ਕਿ ਕਿਹਨੂੰ ਮਿਊਟ ਮੈਂ ਹਟਾਉਣਾ ਹੈਗਾ। ਇੱਕ ਏਕਜੋਤ ਮੈਮ ਚਾਹੀਦੀ ਹੈ ਮੈਨੂੰ, ਗਗਨਦੀਪ SBS ਚਾਹੀਦਾ ਮੈਨੂੰ, ਹਿਤੇਸ਼ ਚਾਹੀਦਾ ਮੈਨੂੰ, ਮਨਮੀਤ ਮੈਮ ਚਾਹੀਦੇ ਆ, ਤੇ ਲਾਸਟ ਚਾਹੀਦੇ ਆ ਮੈਨੂੰ, ਚਾਹੀਦੇ ਆ ਰਾਮ ਸਿੰਘ ਜੀ ਚਾਹੀਦੇ ਆ ਮੈਨੂੰ। ਵਾਓ, ਸਮਾਈਲ ਕਰੋ ਰਾਮ ਸਿੰਘ ਜੀ, ਵੈਰੀ ਗੁੱਡ। ਮੈਂ ਤੁਹਾਨੂੰ ਜਿੰਨਿਆਂ ਨੂੰ ਕਿਹਾ ਉਹ ਅਨਮਿਊਟ ਕਰ ਲੈਣਗੇ, ਤੇ ਪਲੀਜ਼ ਮੈਂ ਤੁਹਾਨੂੰ ਆਨਸਰ ਸ਼ੋ ਕਰਦਾ ਜਸਟ ਪਹਿਲਾਂ, ਠੀਕ ਹੈ। ਪਿੱਛੇ ਆਪਣੇ ਸ਼ੋਰ ਨੂੰ ਚੁੱਪ ਕਰਾ ਲਓ, ਕਿਸੇ ਦਾ ਸ਼ੋਰ ਨਹੀਂ ਹੋਣਾ ਚਾਹੀਦਾ, ਡਿਸਟਰਬ ਕਲਾਸ ਨਹੀਂ ਹੋਣੀ ਚਾਹੀਦੀ ਜਮਾ ਵੀ। ਸੋ ਆਨਸਰਸ ਇੱਕ ਵਾਰ ਸਾਰੇ ਦੇਖ ਲਓ, ਪਰ ਆਪਾਂ ਇਹਨਾਂ ਦੇ ਦੇਖਣੇ ਨੇ, ਉਸ ਤੋਂ ਬਾਅਦ ਆਪਾਂ ਦੇਖਾਂਗੇ, ਠੀਕ ਹੈ। ਆਰਾਮ ਨਾਲ ਬੀ ਕੰਸੰਟਰੇਟ, ਤੇ ਕੋਈ ਬੋਲਿਓ ਨਾ, ਜਿਹਨੂੰ ਪੁੱਛੂਗਾ ਮੈਂ ਉਹੀ ਜਵਾਬ ਦੇਗਾ। 30 seconds you have to look at the answer please। ਖੜਕਾ ਨਾ ਕਰੋ, ਜਿਹਦੇ ਕੋਲ ਖੜਕਾ ਹੋ ਰਿਹਾ ਪਲੀਜ਼। ਮਨਮੀਤ ਮੈਮ ਕੀ ਆਨਸਰ ਲੱਗਦਾ ਹੈ?
ਸਰ ਇਹਦਾ ਆਨਸਰ 7th ਹੈ, ਪ੍ਰੈਪਰੇਸ਼ਨ ਆਫ ਮੈਡੀਸਨ, ਕਿਉਂਕਿ ਉਹਨੇ ਮੈਡੀਸਨ ਬਣਾਉਣ ਦਾ ਵੇ ਦੱਸਿਆ। ਰਾਮ ਸਿੰਘ ਜੀ 7th ਸਰ ਪ੍ਰੈਪਰੇਸ਼ਨ ਆਫ ਮੈਡੀਸਨ। ਰਾਮ ਸਿੰਘ ਜੀ ਪ੍ਰੈਪਰੇਸ਼ਨ ਆਫ ਮੈਡੀਸਨ ਕਹਿ ਰਹੇ ਨੇ। ਹੋਰ ਜਿਹਨੂੰ ਕਿਹਾ ਸੀ ਪਲੀਜ਼ ਉਹ ਬੋਲਿਓ। ਸਰ 7th ਸੇਮ ਪ੍ਰੈਪਰੇਸ਼ਨ ਆਫ ਮੈਡੀਸਨ ਸਰ। ਨਿਤੇਸ਼ ਹਾਂਜੀ ਹਾਂਜੀ ਸਰ 7th ਹੀ ਲੱਗ ਰਿਹਾ, ਕਿਉਂਕਿ ਉਹਦੇ ਵਿੱਚ ਨਾ ਸਭ ਕੁਝ ਦੱਸਿਆ ਕਿ ਅਲਕੋਹਲ ਵਗੈਰਾ ਕਿ ਇਹ ਮਿਕਸਚਰ ਪਾਣਾ, ਫਿਰ ਇਸ ਹਿਸਾਬ ਨਾਲ ਸਾਰਾ ਪ੍ਰੀਪਰੇਸ਼ਨ ਹੋਣਾ ਤੇ ਲਾਸਟ ਦਾ ਜਿਹੜਾ ਪ੍ਰੋਡਕਟ ਹੈ ਅਸਲੀ ਇਹ ਬਣਨਾ। ਤਾਂ ਐਕੂਰੇਟ ਮੈਂ ਸਾਰਿਆਂ ਨੂੰ ਅਗਰੀ ਕਰਦਾ ਹੋਇਆ ਜੇ ਦੱਸਣਾ ਤਾਂ ਆਨਸਰ ਤੁਹਾਡਾ 7th ਹੀ ਆਨਸਰ ਹੈਗਾ। ਤੇ 7th ਦੇਖੋ ਇੱਕ ਗੱਲ ਹੋਰ ਹੈ, ਜਿਹਨੇ ਆਨਸਰ ਦੱਸਿਆ ਨਾ, ਇੱਕ ਅੰਦਰੂਨੀ ਖੁਸ਼ੀ ਹੋਈ ਹੈ ਹਨਾ ਸਰ ਇਸ ਕਰਕੇ ਹੋਈ ਕਿ ਆਪੇ ਕਦੀ ਵੀ ਨਹੀਂ ਆਨਸਰ ਠੀਕ ਆਇਆ। ਬੇਨਤੀ ਇਹ ਹੈ, ਤੁਸੀਂ ਸਾਰੇ ਮੇਰੇ ਵੱਡੇ ਭੈਣ ਭਰਾ, ਛੋਟੇ ਭੈਣ ਭਰਾ, ਤੁਸੀਂ ਸਾਰੇ ਮੇਰੇ ਦੋਸਤ ਮਿੱਤਰ ਬੈਠੇ ਹੋ। ਸਾਡਾ ਪੜਾਉਣ ਦਾ ਤਰੀਕਾ ਇਹ ਹੈਗਾ ਕਿ ਅਸੀਂ ਬੱਚੇ ਨੂੰ ਉਹਨੂੰ ਇੰਨਾ ਕੌਨਫੀਡੈਂਸ ਚ ਲੈ ਆਈਏ ਕਿ ਉਹ ਪੇਪਰ ਆਪ ਕਲੀਅਰ ਕਰਨ ਦੇ ਹੱਕ ਚ ਹੋਵੇ। ਇਸ ਤੋਂ ਬਾਅਦ ਕੁਝ ਨਹੀਂ। ਸਾਨੂੰ ਕੋਈ ਗਰੀਡ ਨਹੀਂ ਕਿਸੇ ਜਵਾਕ ਤੋਂ ਵੀ ਅਸੀਂ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ। ਮੈਂ ਇੱਕ ਚੀਜ਼ ਐਕਸਪੈਕਟ ਕਰਦਾ, ਜਿਸ ਦਿਨ ਤੁਹਾਡਾ ਰਿਜ਼ਲਟ ਲਿਆਤਾ ਤੁਹਾਡੇ ਤੋਂ ਇੱਕ ਵੀਡੀਓ ਬਣਵਾਉਂਗਾ ਵੀ ਹਾਂ ਮੈਂ ਰਮਨ ਕੋਲੇ ਆਨਲਾਈਨ ਪੜ੍ਹਿਆ, ਫਿਰ ਮੈਂ ਉਹ YouTube ਤੇ ਪਾਉਂਗਾ, ਫਿਰ ਮੈਨੂੰ ਪ੍ਰਾਊਡ ਫੀਲ ਹੋਗਾ ਵੀ ਹਾਂ ਮੇਰਾ ਬੱਚਾ ਪੜਾਇਆ ਮੈਨੇ। ਦੈਟਸ ਇਟ। ਹੁਣ ਇੱਕ ਕੰਮ ਕਰਦੇ ਆ, ਪੈਰਾਗ੍ਰਾਫ ਡੀ ਪੜਾਵਾਂਗੇ ਤੇ ਮੈਂ ਉਹੀ 5 ਬੱਚੇ ਫਿਰ ਕੱਢੂੰਗਾ ਤੇ ਕਾਈਂਡਲੀ ਆਪਦਾ ਤਿਆਰ ਰਹੋ, ਕੀ ਪਤਾ ਕਿਹਦੀ ਵਾਰੀ ਆ ਜੇ। ਤਾਂ ਜਿਹਦੀ ਵਾਰੀ ਆ ਗਈ, ਅਰਗਲ ਹੋ ਰਿਹਾ ਅੱਧੇ ਨਾ ਬਾਈ ਵਰਡ ਪੂਰਾ ਜਿੰਨਾ ਮਰਜ਼ੀ ਬੁਲਾਈ ਚੱਲੋ, ਇੱਕ ਤਾਂ ਨਾਲੇ ਤਾਂ ਕੈਮਰਾ ਆਫ ਨਾਲੇ ਮਿਊਟ ਵੀ ਮਾਸਟਰ ਬੋਲ ਕੇ ਆਪੇ ਹਟ ਸੇ। ਕਿਉਂਕਿ ਨਾ ਮੈਂ ਇੱਕ ਜਗ੍ਹਾ ਤੇ ਪੜਿਆ ਸੀ ਵੀ ਆਨਲਾਈਨ ਕਲਾਸ ਦਾ ਇੱਕ ਸਭ ਤੋਂ ਵੱਡਾ ਰੂਲ ਹੈਗਾ ਵੀ ਟੀਚਰ ਇੱਕ ਕੁਐਸਚਨ ਨੂੰ ਪੁੱਛਦਾ 5 ਸੈਕਿੰਡ ਵੇਟ ਕਰਦਾ, ਉਸ ਤੋਂ ਬਾਅਦ ਆਪੇ ਆਨਸਰ ਦੱਸ ਦਿੰਦਾ। ਇਹ ਰੂਲ ਹੈਗਾ। ਚਲੋ ਆਪਾਂ ਆਉਂਦੇ ਆਗੇ, ਪੈਰਾਗ੍ਰਾਫ ਡੀ ਪੜ੍ਹਦੇ ਆ ਤੇ ਬਹੁਤ ਵਧੀਆ ਪੜਾਂਗੇ। ਪ੍ਰੀਤੀ ਤਿਆਰ ਰਹੀ, ਕੁਐਸਚਨ ਪੁੱਛ। ਲਖਵਿੰਦਰ ਜੀ ਤਿਆਰ ਰਹੀਓ, ਕੋਈ ਨਾ। ਇਹ ਲਖਵਿੰਦਰ ਤੁਸੀਂ ਦੱਸੋਗੇ ਸਾਰੀ ਕਲਾਸ ਨੂੰ। ਡਨ ਕਰਦੇ ਆਪਾਂ ਪੈਰਾਗ੍ਰਾਫ। ਬਹੁਤ ਵਧੀਆ ਪੜਾਉਂਗਾ ਤੇ ਸਾਰਿਆਂ ਨੂੰ ਸਮਝ ਆਊਗਾ। ਮੇਰੇ ਲਈ ਸਾਰੇ ਬਰਾਬਰ ਨੇ ਤੇ ਬਹੁਤ ਛੋਟਾ ਜਿਹਾ ਪੈਰਾਗ੍ਰਾਫ ਹੈ। ਕਹਿੰਦਾ it is the use of high delusions that has given rise to controversy। ਕਹਿੰਦੇ ਇਹ ਜਿਹੜਾ ਬਹੁਤ ਜ਼ਿਆਦਾ ਪਿੱਛੇ ਡਿਲੂਸ਼ਨ ਦੀ ਗੱਲ ਹੋਈ ਸੀ ਨਾ ਵੀ ਇੰਨੀ % ਇਹ ਪਾ ਦੋ, ਇੰਨੇ % ਇਹ ਪਾ ਦੋ। ਕਹਿੰਦੇ ਜਿਹੜੀ ਇਹ ਹਾਈ ਡਿਲੂਸ਼ਨਸ ਆ, ਇਹ ਕੀ ਆ, ਇੱਕ ਇਹਨੇ ਨਾ ਕੰਟਰੋਵਰਸੀ ਨੂੰ ਜਨਮ ਦਿੱਤਾ। ਕੰਟਰੋਵਰਸੀ ਸਮਝਦੇ ਹੋ ਨਾ, ਬਹਿਸਬਾਜ਼ੀ ਹੋਗੀ। many conventional doctors claim that homeopathy functions only as placebo because the dosage is so small। ਕਹਿੰਦੇ ਕਿ ਬਹੁਤ ਜ਼ਿਆਦਾ ਜਿਹੜੇ ਕਨਵੈਨਸ਼ਨਲ ਡਾਕਟਰਸ ਨੇ ਉਹ ਕੀ ਸੋਚਦੇ ਨੇ ਕਿ ਇਹ ਨਾ ਬਹੁਤ ਜਿਵੇਂ ਬਹੁਤ ਜ਼ਿਆਦਾ ਥੋੜਾ ਕੰਮ ਕਰਦੀ ਹੈ ਕਿਉਂਕਿ ਇਹਦੀ ਡੋਜ਼ਸ ਬਹੁਤ ਘੱਟ ਹੁੰਦੀ ਆ। ਬਿਲਕੁਲ। however ਕੀ ਹੋ ਗਿਆ, ਇਹਦੇ ਉਲਟ ਚੱਲ ਗਿਆ ਆਪਾਂ। ਠੀਕ ਹੈ, ਚਲੋ however ਵਰਡ ਆ ਗਿਆ, ਜੋ ਉੱਪਰ ਬੋਲਿਆ ਉਸ ਤੋਂ ਉਲਟ। ਕਹਿੰਦਾ ਬੱਚੇ however the clinical experience of homeopathy shows that this tiny dose can be effective। ਤੇ ਕਹਿੰਦੇ ਦੂਸਰੇ ਪਾਸੇ ਜਿਹੜੇ ਕਲੀਨਿਕਲ ਐਕਸਪੀਰੀਅੰਸਡ ਲੋਕ ਨੇ ਹੋਮੋਪੈਥੀ ਦੇ, ਉਹ ਕਹਿੰਦੇ ਆ ਕਿ ਇਹ ਜਿਹੜੀ ਛੋਟੀ ਜੀ ਡੋਜ਼ਸ ਆ ਇਹ ਬਹੁਤ ਵਧੀਆ ਕੰਮ ਕਰਦੀ ਹੈ, ਬਹੁਤ ਇਫੈਕਟਿਵ ਆ। ਹਾਂ, it works on unconscious people and infants। ਕਹਿੰਦੇ ਇਹ ਤਾਂ ਅਨਕੌਂਸ਼ੀਅਸ, ਜਿਨ੍ਹਾਂ ਨੂੰ ਬਿਲਕੁਲ ਸੁਰਤ ਨਹੀਂ ਹੁੰਦੀ, ਅਨਕੌਂਸ਼ੀਅਸ ਲੋਕ ਹੁੰਦੇ ਆ, ਉਹਨਾਂ ਤੇ ਵੀ ਕੰਮ ਕਰਦੀ ਹੈ। ਤੇ ਇਨਫੈਂਟਸ ਹੁੰਦੇ ਆ ਬਿਲਕੁਲ ਛੋਟੇ ਬੱਚੇ ਜਿਹੜੇ ਹਾਲੇ ਪੇਟ ਵਿੱਚ ਹੀ ਹੁੰਦੇ ਨੇ ਮਦਰ ਦੀ। and it even works on animals। ਤੇ ਇਹ ਐਨੀਮਲਸ ਦੇ ਉੱਤੇ ਵੀ ਕੰਮ ਕਰਦੇ ਆ। Controlled clinical study performed by medical researchers are demonstrating that homeopathy can be an effective method of treatment for many diseases। ਹਾਂਜੀ, ਫਿਰ ਕਹਿੰਦੇ ਕਿ ਜਿਹੜੀ ਇੱਕ ਕਲੀਨਿਕਲ ਸਟੱਡੀਜ਼ ਨੇ ਇਹ ਚੀਜ਼ ਨੂੰ ਡੈਮੋਸਟ੍ਰੇਟ ਕੀਤਾ ਕਿ ਜਿਹੜੀ ਹੋਮੋਪੈਥੀ ਆ ਉਹ ਬਹੁਤ ਜ਼ਿਆਦਾ ਇਫੈਕਟਿਵ ਟ੍ਰੀਟਮੈਂਟ ਆ ਬਹੁਤ ਸਾਰੀਆਂ ਡਿਸੀਜ਼ਸ ਦੇ ਉੱਪਰ, ਬਹੁਤ ਸਾਰੀਆਂ ਬਿਮਾਰੀਆਂ ਦੇ ਉੱਪਰ। ਚਲੋ ਹੁਣ ਸਾਰੇ ਪਹਿਲੇ ਦਾ ਓਵਰਆਲ ਕੀ ਹੈਗਾ ਕਿ ਉਹ ਤਾਂ ਕਹਿੰਦੇ ਇੱਕ ਤਾਂ ਪਹਿਲਾਂ ਛੋਟੀ ਡੋਜ਼ ਹੁੰਦੀ ਹੈ ਇਹਦੀ, ਹੈਨਾ। ਬਹਿਸ ਹੋਈ ਇਹਨਾਂ ਵਿੱਚ, ਥੋੜੀ ਬਹੁਤ ਕੰਟਰੋਵਰਸੀ ਹੋਈ ਹੈਗੀ ਕਿ ਕਈ ਡਾਕਟਰਸ ਤਾਂ ਕਹਿੰਦੇ ਜਿਹੜਾ ਹੋਮੋਪੈਥੀ ਹੈ ਨਾ ਇਹ ਇੱਕ ਬਹੁਤ ਹੀ ਛੋਟੀ ਡੋਜ਼ ਦਿੰਦੇ ਆ, ਪਰ ਦੂਜੇ ਪਾਸੇ ਉਹ ਕਲੀਨਿਕ ਵਾਲੇ ਬੰਦੇ ਕਹਿੰਦੇ ਵੀ ਇਹਦੀ ਛੋਟੀ ਡੋਜ਼ ਹੈ ਬਹੁਤ ਵੱਡੀ ਹੈ, ਇਹਦੇ ਅਸਰ ਬਹੁਤ ਵੱਡੇ ਹੁੰਦੇ ਆ, ਹੈਨਾ। ਹਾਂਜੀ, ਇਸ ਤੋਂ ਬਾਅਦ ਇਹਨੇ ਕੀ ਕਿਹਾ ਇੱਧਰ, ਇਹ ਐਨੀਮਲ ਸੇ ਵੀ ਕੰਮ ਕਰਦੀ ਹੈ। ਕਹਿੰਦੇ ਵੀ ਇਹਨੂੰ ਛੋਟਾ ਨਾ ਸਮਝੋ ਵੀ ਇਹ ਤਾਂ ਅਨਕੌਂਸ਼ੀਅਸ ਬੰਦੇ, ਅਨਕੌਂਸ਼ੀਅਸ ਕੌਣ ਹੋਏ, ਬੇਹੋਸ਼ ਪਏ ਨੇ ਬਿਲਕੁਲ ਮਰਨ ਕਿਨਾਰੇ, ਉਹਨਾਂ ਤੇ ਵੀ ਕੰਮ ਕਰਦੀ ਹੈ, ਇਨਫੈਂਟਸ ਤੇ ਵੀ ਕਰਦੀ ਹੈ, ਐਨੀਮਲਸ ਤੇ ਵੀ ਕਰਦੀ ਆ। ਫਿਰ ਕਹਿੰਦੇ ਮੈਡੀਕਲ ਰਿਸਰਚ ਨੇ ਦੱਸਿਆ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਟ੍ਰੀਟਮੈਂਟ ਕਰਦੀ ਆ। ਚਲੋ
ਆਪਾਂ ਇੱਕ ਵਾਰ ਦੇਖਦੇ ਹਾਂ, ਠੀਕ ਹੈ। ਜਦੋਂ ਤੁਸੀਂ ਲਿਸਟ ਆਫ ਹੈਡਿੰਗ ਦੇਖੋਗੇ ਤੁਹਾਨੂੰ ਕਲੀਅਰ ਹੋ ਜਾਊਗਾ। ਮਤਲਬ ਉਹਦੇ ਯੂਜ਼ ਦੇ ਉੱਤੇ ਬਹਿਸ ਕਰੀਏ ਇਹਨਾਂ ਨੇ, ਹੈਨਾ। ਚਲੋ ਆਓ ਆਰਾਮ ਨਾਲ ਦੇਖੋ, ਪਹਿਲਾਂ ਸਾਰੇ ਦੇਖੋ, ਕੋਈ ਨਾ ਕਿਸੇ ਨੂੰ ਮਿਊਟ ਨਹੀਂ ਹਟਾਉਂਦਾ। ਚਲੋ ਜੀ ਆਪਾਂ ਮੈਂ ਤੁਹਾਨੂੰ ਪਹਿਲਾਂ ਟਾਈਮ ਦੇਣਾ ਉਹਨੂੰ, ਜਸਟ ਵੇਟ, ਮੈਂ ਤੁਹਾਨੂੰ ਇੱਕ ਵਾਰ ਮਿਊਟ ਹਟਾ ਕੇ ਮੈਂ ਬੰਦੇ ਇਕੱਠੇ ਕਰਦਾ। ਚਲੋ ਲਖਵਿੰਦਰ ਜੀ ਇੱਕ ਤਾਂ ਹਟਾਓ ਆਰਾਮ ਨਾਲ, ਕੋਈ ਨਾ। ਲਖਵਿੰਦਰ ਚਾਹੀਦਾ ਮੈਨੂੰ ਇੱਕ, ਅੰਜੂ 2, ਹਟਾ ਲਓ ਬਸ, ਪਿੱਛੇ ਤੁਹਾਡੇ ਖੜਕਾ ਨਹੀਂ ਹੋਣਾ ਚਾਹੀਦਾ। ਮੈਨੂੰ ਚਾਹੀਦਾ ਇੱਕੋ ਕਿੱਥੇ ਨੇ, ਚੋਪੜਾ ਸਾਹਿਬ ਕਿੱਥੇ ਨੇ, ਅੱਜ ਹੈਗੇ ਨੇਗੇ, ਹੈਗੇ ਨੇ ਕਿ ਨਹੀਂ ਹੈਗੇ ਪਤਾ ਨਹੀਂ। Sir, present. ਓ ਵੈਰੀ ਗੁੱਡ ਵਾਓ, ਹੁਣ ਇਹ ਨਹੀਂ ਪਤਾ ਦੇ ਕਿੱਥੇ ਰਹੇ ਹੋ, ਠੀਕ ਹੈ। 3 ਹੋ ਗਏ। ਆ ਇੱਕ ਮੈਨੂੰ ਆ ਯੈਲੋ ਟੋਪੀ ਆਈਫੋਨ ਹੈ ਜਿਹਦੇ ਕੈਪ ਸਪੈਕਸ, ਯੈਸ ਹਟਾਓ ਮਿਊਟ, ਠੀਕ ਹੈ। ਇੱਕ ਇਹ ਤੇ ਇੱਕ ਚਾਹੀਦੀ ਮੈਨੂੰ ਪ੍ਰਭਜੋਤ ਸਮਝ ਗਏ, ਆ ਹੁੱਡ ਵਾਲੇ, ਵੈਰੀ ਗੁੱਡ ਜਿਨ੍ਹਾਂ ਨੇ ਹੁੱਡ ਪਾਇਆ ਹੋਇਆ, ਡਨ। ਮੈਂ ਕੁਐਸਚਨ ਦਿਖਾਉਣਾ ਪਹਿਲਾਂ ਆਰਾਮ ਨਾਲ, ਤੇ ਉਸ ਤੋਂ ਬਾਅਦ ਮੈਂ ਮੈਚ ਕਰਦੇ ਆਪਾਂ ਵੀ ਕੀ ਟਾਕ ਹੋਈ ਹੈਗੀ, ਠੀਕ ਆ। ਦੇਖੋ ਆਪਣੇ ਨਾਲ ਟਾਕ ਹੁਣ ਤੱਕ ਹੋਈ ਹੈ ਫਿਊਚਰ ਆਫ ਹੋਮੋਪੈਥੀ, ਕੋਈ ਵੀ ਗੱਲ ਨਹੀਂ ਕਰੀ, ਫਿਊਚਰ ਆਫ ਹੋਮੋਪੈਥੀ ਦੀ ਜਮਾ ਜ਼ੀਰੋ ਟਾਕ ਹੈ। ਆਪਾਂ ਇਹ ਕਰਦੇ ਅੱਜ ਤੋਂ, ਮੈਂ ਤੁਹਾਨੂੰ ਨਾ ਜਚਾ ਕੇ ਪੜਾ ਕੇ ਖੁਸ਼ ਹਾਂ ਨਾ। ਦੇਖੋ ਆ ਵਾਓ ਰਮਨ ਸਰ, ਯੂ ਆਰ ਸੋ ਨਾਈਸ। ਨਹੀਂ ਆਪਾਂ ਇੱਕ ਵਾਰ ਐਲੀਮੀਨੇਸ਼ਨ, ਇੱਕ ਵਾਰ ਚਲੋ ਤੁਹਾਨੂੰ ਕੀ ਲੱਗਦਾ, ਬਹੁਤਿਆਂ ਨੂੰ ਜਿਨ੍ਹਾਂ ਨੂੰ ਆਪਣਾ ਲਖਵਿੰਦਰ ਕੀ ਲੱਗਦਾ ਆਨਸਰ? 8 ਨੰਬਰ ਲੱਗਦਾ ਜੀ, ਡਿਬੇਟ ਹੋਈ ਹੈ ਨਾ ਜੀ ਇਹ ਚ। ਅੱਛਾ ਇਹ ਮੈਂ ਕਹਿੰਦਾ ਇਹ ਆ ਰਿਹਾ ਨਾ, ਠੀਕ ਹੈ। ਤੇ ਬਾਕੀ ਜਿਹੜੇ ਬੱਚੇ ਸੀ ਆਈਫੋਨ 8 ਹੀ ਲੱਗ ਰਿਹਾ ਸਰ। 8 ਦੇ ਦੋ Sir, ਬੰਦੇ। 8th debate over effectiveness. ਮਨਪ੍ਰੀਤ ਮੈਮ Sir, 8th debate over effectiveness. ਪ੍ਰਭਜੋਤ Debate over effectiveness, sir, same. ਯਾਰ ਤੁਸੀਂ ਇੰਨੇ ਸਹੀ ਕਿਵੇਂ ਹੋ ਸਕਦੇ ਹੋ, ਪਹਿਲਾਂ ਮੈਨੂੰ ਇਹ ਦੱਸੋ। ਤੁਸੀਂ ਪੜ੍ਹਾ ਰਹੇ ਹੋ ਨਾ ਇਸ ਕਰਕੇ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਤੁਸੀਂ ਸਾਰੇ ਮੇਰੇ ਵਧੀਆ ਮਿੱਤਰ ਪਿਆਰੇ ਛੋਟੇ ਭੈਣ ਭਰਾ ਸਾਰੇ ਹੋਗੇ, ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਦੀ ਕੋਸ਼ਿਸ਼ ਕਰਦਾ। ਤੁਸੀਂ ਇਹ ਦੇਖੋ ਕਿ ਤੁਸੀਂ ਕਿੰਨਾ ਸ਼ੋਰ ਹੋ ਕੇ, ਮੈਂ ਕਹਿੰਦਾ ਮੈਨੂੰ ਦਿਲੋਂ ਖੁਸ਼ੀ ਹੋਈ ਹੈ ਲਖਵਿੰਦਰ, ਤੁਸੀਂ ਆਨਸਰ ਸਹੀ ਦਿੱਤਾ, ਮੈਨੂੰ ਦਿਲੋਂ ਖੁਸ਼ੀ ਹੋਈ ਹੈ, ਹਨਾ। ਕਹਿਣ ਦਾ ਮਤਲਬ ਪਤਾ ਕਿ ਸਾਰਿਆਂ ਵੇਲੇ ਹੋਈ ਆ, ਪਰ ਜਿਹੜੇ ਬੰਦੇ ਨੂੰ ਨਾ ਸਟੱਡੀ ਛੱਡੇ ਨੂੰ ਕਿੰਨਾ ਟਾਈਮ ਹੋ ਗਿਆ, ਉਹਦਾ ਗੈਪ ਹੈ ਵਿਚਾਰੇ ਦਾ, ਤੇ ਉਹ ਵੀ ਆਪਾਂ ਨੂੰ ਆਨਸਰ ਦੇ, ਫਿਰ ਸਾਨੂੰ ਪਤਾ ਲੱਗਦਾ ਵੀ ਸਾਡੀ ਟੀਚਿੰਗ 'ਚ ਓਕੇ ਹੈ ਕੰਮ। ਕਹਿਣ ਦਾ ਮਤਲਬ ਇਹ ਹੈ, ਸਾਡੇ ਲਈ ਸਾਰੇ ਬੱਚੇ ਬਰਾਬਰ ਨੇ, ਕਦੇ ਕਿਸੇ ਨਾਲ ਪਾਰਸ਼ੈਲਿਟੀ ਨਾਮ ਦੀ ਅਕੈਡਮੀ 'ਚ ਨਹੀਂ ਹੋਈ ਚੀਜ਼, ਨਾ ਕਦੇ ਆਨਲਾਈਨ ਕਲਾਸ 'ਚ ਹੋਊਗੀ। ਅੱਜ ਜਿੰਨੇ ਮੇਰੇ ਕੋਲ 70 ਐਡਮਿਸ਼ਨ ਨੇ, 70 ਕੱਲੇ ਬੱਚੇ ਨੂੰ ਅੱਜ ਕਾਲ ਆਊਗੀ, ਕੱਲੇ ਬੱਚੇ ਨੂੰ ਸਾਰਾ ਕੁਝ ਹੋਊਗਾ। ਮੈਂ ਕੱਲ ਬਹੁਤੇ ਨੂੰ ਨਹੀਂ ਆਈ ਨਾ, ਬਿਕਾਜ਼ ਮੈਨੂੰ ਹਰੇਕ ਸਕੇਡਿਊਲ ਨੂੰ ਬਣਾਉਣ ਤੇ ਟਾਈਮ ਲੱਗਦਾ ਹੁੰਦਾ, ਤਾਂ ਹੁਣ ਅਸੀਂ ਪੂਰਾ ਵਧੀਆ ਹੋ ਗਿਆ ਸਾਡਾ ਓਕੇ ਸਿਸਟਮ, ਠੀਕ ਆ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ, ਉਹ ਚ ਪਹਿਲਾਂ ਤਾਂ ਕਹਿੰਦੇ ਵੀ ਛੋਟੀ ਡੋਜ਼ ਹੈ, ਤੇ ਹਾਊਐਵਰ ਵਰਡ ਹੈ ਜਿਹੜਾ, ਇੱਕ ਵਰਡ ਹੈ ਹਾਊਐਵਰ, ਇੱਕ ਵਰਡ ਹੈ ਵਾਈਲ, WHILE, ਤੇ ਤੀਜੇ ਨੰਬਰ ਤੇ ਇੱਕ ਵਰਡ ਹੈ ਬੱਚੇ ਦੈਟਸ ਕਾਲਡ ਵਾਈਲਸਟ। ਜਿੱਥੇ ਕਿਤੇ ਇੰਗਲਿਸ਼ ਚ ਤੁਹਾਨੂੰ ਆ 3 ਵਰਡ ਮਿਲ ਗਏ ਤਾਂ ਇਹ ਗੱਲ ਸਮਝਿਓ ਕਿ ਜੋ ਹੁਣ ਤੱਕ ਬੋਲਿਆ ਗਿਆ ਉਸ ਤੋਂ ਉਲਟ ਗੱਲਾਂ ਹੋਣਗੀਆਂ। ਇਹ ਕੰਟਰਾਸਟ ਕਰਦੇ ਨੇ। ਮੈਂ ਤੁਹਾਨੂੰ ਸ਼ੇਅਰ ਸਕਰੀਨ ਕਰਕੇ ਦੱਸ ਦਣਾ, ਮੰਨ ਕੇ ਚੱਲੋ ਮੈਂ ਕਿਹਾ ਵੀ ਰਮਨ ਇਜ਼ ਅ ਗੁੱਡ ਬॉय, ਮੈਂ ਉਦੋਂ ਤੱਕ ਰਮਨ ਇਜ਼ ਅ ਗੁੱਡ ਬॉय ਲਿਖਤਾ, ਇਸ ਤੋਂ ਬਾਅਦ ਮੈंने ਕਿਤੇ ਲਿਖਿਆ ਪੜ੍ਹ ਲਿਆ ਵੀ ਹਾਊਐਵਰ, ਤਾਂ ਇਹ ਗੱਲ ਯਾਦ ਰੱਖਿਓ ਕਿ ਹੁਣ ਜੋ ਉੱਪਰ ਗੱਲ ਹੋਗੀ ਉਸ ਤੋਂ ਉਲਟ ਗੱਲ ਹੋਗੀ। ਹੁਣ ਜਿੱਥੇ ਹਾਊਐਵਰ ਆ ਗਿਆ, ਹੁਣ ਰਮਨ ਇਜ਼ ਅ ਗੁੱਡ ਬॉय ਹਾਊਐਵਰ ਹੀ ਹੈਜ਼ ਨੋ ਮੈਨਰ। ਮੇਰੀ ਗੱਲ ਸਮਝੀ? ਉੱਪਰ ਆਪਾਂ ਨੂੰ ਕੀ ਸਿਖਾਤਾ ਕਿ ਰਮਨ ਤਾਂ ਬਹੁਤ ਚੰਗਾ ਮੁੰਡਾ ਹੈ, ਆਪਣੀ ਨਿਗਾਹ 'ਚ ਕਿਹਾ ਯਾਰ ਬਹੁਤ ਵਧੀਆ ਮੁੰਡਾ ਹੈ, ਉਹਨੇ ਕਿਹਾ ਵੀ ਹਾਊਐਵਰ, ਤਾਂ ਪਤਾ ਲੱਗ ਗਿਆ ਵੀ ਹੁਣ ਚੰਗਾ ਮੁੰਡਾ ਤਾਂ ਗਿਆ ਪਾਸੇ, ਹੁਣ ਹੋਣਗੀਆਂ ਮਾੜੇ ਮੁੰਡੇ ਦੀਆਂ ਗੱਲਾਂ। ਤਾਂ ਇਹ ਇੱਕ ਹਾਊਐਵਰ ਵਰਡ ਹੈ, ਤੇ ਇੱਕ ਵਾਈਲ, ਤੇ ਇੱਕ ਵਾਈਲਸਟ। ਇਹ 3 ਵਰਡ ਨੇ ਜਦੋਂ ਸਟੇਟਮੈਂਟ ਉਲਟ ਹੋ ਜਾਂਦੀ ਹੁੰਦੀ ਹੈ, ਠੀਕ ਹੈ। ਆ ਜਾਓ ਹੁਣ ਪੈਰਾਗ੍ਰਾਫ ਆਪਾਂ ਈ ਦੇਖਦੇ ਹਾਂ, ਤੇ ਬਹੁਤ ਬੱਚੇ ਇਹ ਚ ਉਲਝ ਵੀ ਜਾਣਗੇ, ਥੋੜਾ ਟ੍ਰਿਕੀ ਜਾਏਗਾ, ਪਰ ਅਸੀਂ ਬੈਸਟ ਪੜਾਵਾਂਗੇ ਤੇ ਸਾਨੂੰ ਖੁਸ਼ੀ ਹੋਗੀ ਤੁਸੀਂ ਆਨਸਰ ਦਿਓਗੇ। ਤੇ ਹੁਣ ਹੋਰ ਬੱਚੇ ਵੀ ਪੁੱਛਾਂਗੇ ਜਿਨ੍ਹਾਂ ਤੋਂ ਹੋਏਗਾ, ਠੀਕ ਆ। ਕਰੀ ਸਟਾਰਟ ਜੀ। ਚਲੋ
The most important part of homeopathic treatment lies in a lengthy interview which the homeopath conducts with the patient. ਹੁਣ ਇੱਕ ਹਾਂ ਬੋਲ ਦੋ ਪਹਿਲਾਂ। ਹਾਂਜੀ, ਕਹਿੰਦੇ ਜਿਹੜੀ ਹੋਮੋਪੈਥੀ ਹੁੰਦੀ ਹੈ ਇਹਦੇ ਟ੍ਰੀਟਮੈਂਟ ਬਹੁਤ ਲੰਬੀਆਂ ਇੰਟਰਵਿਊਜ਼ ਹੁੰਦੀਆਂ ਨੇ, ਜਿਹਦੇ ਵਿੱਚ ਜਿਹੜਾ ਤੁਹਾਡਾ ਡਾਕਟਰ ਹੁੰਦਾ ਟ੍ਰੀਟਮੈਂਟ ਕਰ ਰਿਹਾ ਉਹ ਤੁਹਾਡੇ ਤੋਂ ਬਹੁਤ ਲੰਬੀਆਂ ਇੰਟਰਵਿਊਜ਼ ਦੇ ਥਰੂ ਲੰਬੇ ਕੁਐਸਚਨਸ ਪੁੱਛਦਾ ਹੈ। ਤੁਹਾਡੇ ਚੋਂ ਪਹਿਲਾਂ ਦੱਸੋ ਕੋਈ ਬੱਚਾ ਜਿਹੜਾ ਹੋਮੋਪੈਥੀ ਦੀ ਦਵਾਈ ਖਾਂਦਾ ਹੋਵੇ, ਖਾਦੀ ਹੋਵੇ, ਜਿਹਦੇ ਘਰ ਚੋਂ ਲਈ ਹੋਵੇ? ਰੀਜ਼ਨ 1 2 ਬਹੁਤ ਹੈਗੇ ਨਾ। ਵੈਰੀ ਗੁੱਡ। ਮੈਂ ਇੱਕ ਮਿੰਟ ਅਨਮਿਊਟ ਕਰਾਂ। ਹਾਂਜੀ, ਕੋਈ ਬੱਚਾ ਆਪਣਾ ਐਕਸਪੀਰੀਅੰਸ ਜਿਹੜਾ ਦਵਾਈ ਆਪ ਖਾਂਦਾ ਹੋਵੇ ਪਹਿਲਾਂ ਉਹ ਅਨਮਿਊਟ ਕਰੋ, ਮੈਂ ਉਹਨਾਂ ਗੱਲ ਕਰਨੀ ਆ। ਕੋਈ ਮਿੱਠੀਆਂ ਗੋਲੀਆਂ ਖਾਣਾ ਕਿਹੜਾ ਤੁਹਾਡੇ ਚੋਂ? ਸਰ ਛੋਟੇ ਹੁੰਦੇ ਖਾਦੀ ਸੀ ਟਾਈਫਾਇਡ ਵਾਸਤੇ। ਹੋਰ ਕੋਈ ਜਿਹੜਾ ਇਸ ਟਾਈਮ ਹੋਮੋਪੈਥੀ ਬਟ ਉਹ ਬਹੁਤ ਟੇਸਟੀ ਹੁੰਦੀ ਆ। ਟੇਸਟੀ ਤਾਂ ਬਹੁਤ ਹੈ, ਜਾਣ ਕੇ ਗੋਲੀਆਂ ਖਾ ਲਓ 3-4 ਟੇਸਟੀ ਤਾਂ ਬਹੁਤ ਹੁੰਦੀ ਆ ਬਟ ਉਹ ਸਲੋ ਕਰਦੀ ਆ। ਪਰ ਮੇਰੀ ਗੱਲ ਸੁਣੋ ਸਰ, ਐਲਰਜੀ ਲਈ ਖਾਈ ਹੈ ਮੈਂ, ਬਹੁਤ ਅੱਛੀ ਆ। ਮੈਂ ਮੇਰੀ ਗੱਲ ਸੁਣੋ, ਸਾਰਿਆਂ ਨੂੰ ਮੈਂ ਗੱਲ ਸੁਣਦਾ, ਮੈਂ ਮਿਊਟ ਕਰਦਾ ਸਾਰਿਆਂ ਨੂੰ ਪਹਿਲਾਂ। ਹੁਣ ਦੇਖੋ, ਸਾਰਿਆਂ ਨੂੰ ਪਤਾ ਹੈ ਕਿ ਸਲੋ ਅਸਰ ਕਰਦੀ ਹੈ, ਠੀਕ ਹੈ, ਪਰ ਦੇਖੋ ਇੱਕ ਹੁੰਦੀ ਹੈ ਐਲੋਪੈਥੀ, ਇੱਕ ਹੁੰਦੀ ਹੈ ਹੋਮੋਪੈਥੀ। ਐਲੋਪੈਥੀ ਤਾਂ ਨਾਲ ਦੀ ਨਾਲ ਅਸਰ ਕਰਦੀ ਹੈ, ਨਾਲ ਦੀ ਨਾਲ ਅਸਰ ਦਾ ਮਤਲਬ ਕੀ ਹੈ ਕਿ ਤੁਹਾਨੂੰ ਬੁਖਾਰ ਹੋ ਰਿਹਾ ਹੈ, ਡੋਲੋ ਖਾਓ, ਅੱਧੇ ਘੰਟੇ ਬਾਅਦ ਤੁਸੀਂ ਡੋਲੋ ਓਕੇ ਹੈ ਨਾ, ਫਿਰ ਜਿਵੇਂ ਮਰਜ਼ੀ ਡੋਲੋ ਹੈ ਨਾ। ਉਹ ਹੈ ਅਸੀਂ ਨੇ ਹੱਸੀ ਹੈ ਗਗਨਦੀਪ ਕੌਰ ਐ ਹੱਸਦੇ ਜਾ। ਠੀਕ ਹੈ, ਜਿਹੜੀ ਹੋਮੋਪੈਥੀ ਹੈ ਨਾ ਬੱਚੇ, ਜਦੋਂ ਇਹ ਮੈਡੀਸਨ ਦਿੰਦਾ ਹੈ ਨਾ ਡਾਕਟਰ, ਉਹ ਇੰਨਾ ਲੰਬਾ ਇੰਟਰਵਿਊ, ਮੈਂ ਕਹਿੰਦਾ ਮੈਨੂੰ ਨਾ ਬਿਠਾ ਲਿਆ, ਮੈਨੂੰ ਥੋੜੀ ਬਹੁਤੀ ਪ੍ਰੋਬਲਮ ਸੀਗੀ, ਮੈਥੋਂ ਕੱਲੀ ਗੱਲ ਪੁੱਛੀ, ਨੀਂਦ ਆਉਂਦੀ ਹੈ? ਮੈਂ ਕਿਹਾ ਆਉਂਦੀ ਹੈ। ਸੁਪਨੇ ਆਉਂਦੇ ਨੇ? ਮੈਂ ਕਿਹਾ ਵੀ ਆਉਂਦੇ ਨੇ। ਕਿਹਦੇ ਆਉਂਦੇ ਨੇ? ਮੈਂ ਕਿਹਾ ਵੀ ਕਟਰੀਨਾ ਹੋਰਾਂ ਦੇ। ਮਤਲਬ ਉਹਨੇ ਕੱਲੀ ਚੀਜ਼ ਮੈਥੋਂ ਪੁੱਛੀ ਵੀ ਉਸਤਾਦ ਜੀ, ਤੇ ਮੈਨੂੰ ਐ ਹੋ ਗਿਆ ਪ੍ਰਮਾਤਮਾ ਦੀ ਸਹੁੰ ਲੱਗੇ, ਮੈਂ ਤੁਹਾਨੂੰ ਆਪਦੇ ਸਾਰਿਆਂ ਨੂੰ ਭੈਣ ਭਰਾ ਸਮਝ ਕੇ ਦੱਸ ਰਿਹਾ ਗੱਲ, ਮੈਨੂੰ ਇਹ ਹੋਗਾ ਕਿ ਮੇਰਾ ਦਿਲ ਹਲਕਾ ਕਰਤਾ ਯਾਰ ਇਹਨੇ। ਦਵਾਈ ਤਾਂ ਜਿਹੜੀ ਲਵੇ, ਜਿਹੜੀਆਂ ਗੱਲਾਂ ਮੈਂ ਆਪਣੇ ਘਰਦਿਆਂ ਨਾਲ ਬਹਿ ਕੇ ਨਹੀਂ ਕਰ ਸਕਦਾ, ਮੈਂ ਤਾਂ ਉਹਦੇ ਕੋਲ ਬਹਿ ਕੇ ਪੂਰਾ ਰੋਣਾ ਰੋਇਆ ਆਪਣਾ। ਮਤਲਬ ਹੋਮੋਪੈਥੀ ਦੇ ਵਿੱਚ ਘੱਟੋ ਘੱਟ ਤੁਹਾਡਾ ਅੱਧੇ ਪੌਣੇ ਘੰਟੇ ਦਾ ਪੂਰਾ ਇੰਟਰਵਿਊ ਹੁੰਦਾ ਹੈ, ਪ੍ਰੋਪਰ ਇੰਟਰਵਿਊ। ਮਤਲਬ ਕਿ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫਿਰ ਤੁਹਾਨੂੰ ਕਲੋਜ਼ ਮੈਚ ਦੀ ਇੱਕ ਦਵਾਈ ਦਿੰਦੇ ਨੇ। ਹੁਣ ਜਿਹੜਾ ਮੈਂ ਤੁਹਾਨੂੰ ਗੱਲ ਦੱਸਣ ਦਾ ਮਤਲਬ ਕੀ ਸੀਗਾ ਕਿ ਜਿਹੜਾ ਆਪਾਂ ਇਹ ਪੈਰਾ ਪੜਾਂਗੇ ਨਾ, ਇਹ ਚ ਵੀ ਇਹੀ ਦੱਸਣਗੇ ਹਨਾ। ਇਹ ਚ ਹੁਣ ਆਪਾਂ ਨੂੰ ਕੀ ਦੱਸੇਗਾ ਕਿ ਇਹਦਾ ਜਿਹੜਾ ਹੋਮੋਪੈਥੀ ਦੀ ਦਵਾਈ ਹੈ ਨਾ, ਉਹ ਡਾਇਰੈਕਟ ਇਹ ਨਹੀਂ ਹੈਗਾ ਤੁਸੀਂ ਜਾਓ ਤੇ ਹੋਮੋਪੈਥੀ ਨੂੰ ਕਹਿੰਦੇ ਦਵਾਈ ਦੇ ਦੇ, ਉਹ ਐਵੇਂ ਦਵਾਈ ਨਹੀਂ ਦਿੰਦਾ। ਉਹ ਕਹੂਗਾ ਬੈਠ, ਪ੍ਰੋਬਲਮ ਦੱਸ, ਕਿਉਂਕਿ ਉਹ ਕੋਸ਼ਿਸ਼ ਕਰਦੇ ਨੇ ਕਿ ਜਿਹੜੀ ਪ੍ਰੋਬਲਮ ਹੈ ਨਾ ਉਹਨੂੰ ਜੜ ਤੋਂ ਖਤਮ ਕਰੀਏ। ਜਿਹੜੀ ਹੋਮੋਪੈਥੀ ਹੁੰਦੀ ਹੈ ਨਾ, ਉਹ ਕਹਿੰਦੇ ਵੀ ਪ੍ਰੋਬਲਮ ਨੂੰ ਜੜ ਤੋਂ ਖਤਮ ਕਰੀਏ। ਜਿਹੜੀ ਐਲੋਪੈਥੀ ਹੁੰਦੀ ਹੈ ਉਹ ਕਹਿੰਦੀ 1 ਮਿੰਟ ਲਈ ਠੀਕ ਹੋ ਜਾ, ਬਸ ਆਹ ਫਰਕ ਹੈਗਾ। ਠੀਕ ਆ, ਆ ਜਾਓ ਹੁਣ ਤੁਹਾਨੂੰ ਦੇਖਦੇ ਹਾਂ। ਆਪ ਇਹਨੂੰ ਪ੍ਰੋਪਰ ਪੜਾਂਗੇ ਤੇ ਬਹੁਤ ਇਹਨੂੰ ਆਨਸਰ ਪੁੱਛਾਂਗੇ। ਠੀਕ ਹੈ, most important part of homeopathic treatment lies in a lengthy interview which the homeopath conducts with the patient. ਹਾਂਜੀ, ਉਹ ਕਹਿੰਦੇ ਕਿ ਲੰਬੀਆਂ ਇੰਟਰਵਿਊਜ਼ ਹੁੰਦੀਆਂ ਨੇ ਜਿੱਥੇ ਪੇਸ਼ੈਂਟ ਦੇ ਵੱਡੇ ਇੰਟਰਵਿਊਜ਼ ਦੇ ਵਿੱਚ ਉਹਦੇ ਤੋਂ ਟ੍ਰੀਟਮੈਂਟ ਬਾਰੇ ਪੁੱਛਿਆ ਜਾਂਦਾ। The idea behind this 1 to 2 hour consultation is to build up a psychological, emotional and physical history of the patient. ਕਹਿੰਦੇ ਇਹ ਜਿਹੜੇ 1-2 ਘੰਟੇ ਦੀ ਇੰਟਰਵਿਊ ਹੁੰਦੀ ਹੈ ਕੰਸਲਟੈਂਟ ਦੁਆਰਾ, ਇਹ ਕਾਹਦੇ ਲਈ ਹੁੰਦੀ ਹੈ ਕਿ ਜਿਹੜੇ ਪੇਸ਼ੈਂਟ ਆ ਉਹਨੂੰ ਸਾਈਕੋਲੋਜੀਕਲੀ ਸਮਝਣਾ ਕਿ ਉਹਦੇ ਮਾਈਂਡ ਵਿੱਚ ਚੱਲ ਕੀ ਰਿਹਾ, ਉਹਨੂੰ ਇਮੋਸ਼ਨਲੀ ਅੰਡਰਸਟੈਂਡ ਕਰਨਾ ਕਿ ਉਹਦੇ ਦਿਲ 'ਚ ਕੋਈ ਗੱਲ ਤਾਂ ਨਹੀਂ, ਮਤਲਬ ਉਹ ਕਿਉਂ ਕੀ ਆ, ਉਹਦੇ ਇਮੋਸ਼ਨਸ ਕਿਵੇਂ ਨੇ, ਜਾਂ ਫਿਜ਼ੀਕਲ ਹਿਸਟਰੀ ਕਿ ਉਹਨੂੰ ਕੋਈ ਬਾਡੀ ਨੂੰ ਰਿਲੇਟਡ ਕੋਈ ਪ੍ਰੋਬਲਮ ਤਾਂ ਨਹੀਂ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦਾ ਮਿਕਸਚਰ, ਤੁਹਾਡੇ ਦਿਲ ਦਿਮਾਗ ਸਭ ਕੁਝ ਉਹ ਮਿਕਸ ਕਰ ਲੈਂਦੇ ਆ patient to discover the underlying patterns of disease. ਕਿਉਂਕਿ ਉਹ ਕੀ ਕਰਨਾ ਚਾਹੁੰਦੇ, ਡਿਸਕਵਰ ਕਰਨਾ ਚਾਹੁੰਦੇ ਕਿ ਬਿਮਾਰੀ ਪੈਦਾ ਕਿੱਥੋਂ ਹੋਈ। ਉਹ ਅਸਲ ਦੇ ਵਿੱਚ ਕੀ ਹੈ ਕਿ ਬਿਮਾਰੀ ਦਾ ਇਲਾਜ ਕਰਨਾ ਹੈ ਤਾਂ ਜੜ ਤੋਂ ਖਤਮ ਕਰਨੀ ਹੈ। ਇਸ ਕਰਕੇ ਘੰਟਾ 2 ਘੰਟੇ ਲਾ ਕੇ ਬੰਦੇ ਬਾਰੇ ਪੁੱਛਦੇ ਨੇ ਵੀ ਤੈਨੂੰ ਫੀਲਿੰਗਸ ਕਿਵੇਂ ਦੀਆਂ ਨੇ, ਹਨਾ, ਸਾਰਾ ਕੁਝ ਉਹ ਪਤਾ ਕਰਨ ਦੀ ਕੋਸ਼ਿਸ਼ ਕਰਦੇ ਕਿ ਜਿਹੜੀ ਬਿਮਾਰੀ ਹੈ ਇਹ ਆਈ ਕਿੱਥੋਂ, ਪੈਦਾ ਕਿੱਥੋਂ ਹੋਈ। ਇੱਕ ਗੱਲ ਹੋਰ ਹੈ, ਮੇਰੀ ਬਾਡੀ ਦੇ ਵਿੱਚ ਨਾ TLC ਵੱਧ ਜਾਂਦਾ। TLC ਇੱਕ ਸੈੱਲ ਹੁੰਦੇ ਨੇ ਜਿਵੇਂ TLC ਤੇ WBC, ਹਨਾ। ਉਹ ਵਧਣ ਦਾ ਕਾਰਨ ਕਿਤੇ ਨਾ ਕਿਤੇ ਇਹ ਹੈ, ਜਦੋਂ ਮੈਂ ਬਹੁਤ ਜ਼ਿਆਦਾ ਟੈਨਸ਼ਨ ਲੈ ਜਾਣਾ ਤਾਂ ਬਾਡੀ ਦੇ ਹਾਰਮੋਨਸ ਨੇ ਜਿਹੜੇ ਉਹ ਵੀ ਚੇਂਜ ਹੋ ਜਾਂਦੇ, ਤਾਂ ਵੀ TLC ਵੱਧ ਜਾਂਦਾ ਹੈਗਾ। ਤਾਂ ਹੋਮੋਪੈਥੀ ਵਾਲੇ ਇਹ ਚੈੱਕ ਕਰਦੇ ਨੇ ਕਿ ਬਿਮਾਰੀ ਹੁੰਦੀ ਕਿਉਂ ਹੈ, ਬਿਮਾਰੀ ਹੋਣ ਦਾ ਕਾਰਨ ਕੀ ਹੈ। The homeopath
then decides which medicine to prescribe based on the closest match. ਫਿਰ ਕਹਿੰਦੇ ਜਿਹੜਾ ਹੋਮੋਪੈਥ ਹੁੰਦਾ ਹੈ, ਜਿਹੜਾ ਮੈਡੀਸਿਨ, ਜਿਹੜਾ ਡਾਕਟਰ ਰਾਈਨ ਸ਼ਾਰਟ, ਉਹ ਡਿਸਾਈਡ ਕਰਦਾ ਕਿ ਕਿਹੜੀ ਮੈਡੀਸਿਨ ਠੀਕ ਰਹੇਗੀ, ਪ੍ਰਿਸਕ੍ਰਾਈਬ ਕੀਤੀ ਜਾਵੇ, ਕਲੋਜ਼ੈਸਟ ਮੈਚ ਦੇਖਦੇ ਆ ਕਿ ਇਹਦੀ ਬਿਮਾਰੀ ਲਈ ਕਿਹੜੀ ਦਵਾਈ ਸਭ ਤੋਂ ਠੀਕ ਆ। Between the patient symptoms and the non symptoms elected by the medicine in a healthy body. ਹਾਂਜੀ, ਫਿਰ ਉਹ ਦੇਖਦੇ ਆ ਵੀ ਪੇਸ਼ੈਂਟ ਨੂੰ ਕੀ ਸਿੰਪਟਮ ਆ, ਤੇ ਉਹ ਦੇਖਦੇ ਆ ਕਿ ਜਿੱਦਾਂ ਹੈਲਦੀ ਬੋਡੀ ਵਿੱਚ ਇਹਦੇ ਕਿੱਦਾਂ ਦੇ ਸਿੰਪਟਮਸ ਹੁੰਦੇ ਆ, ਮਤਲਬ ਉਹ ਸਿੰਪਟਮਸ ਨੂੰ ਮੈਚ ਕਰਨ ਦੀ ਕੋਸ਼ਿਸ਼ ਕਰਦੇ ਆ। Single dose is given for a shortest period of time necessary to stimulate the body healing power. ਹਾਂਜੀ, ਕਹਿੰਦੇ ਜਿਹੜੀ ਉਹ ਸਿੰਗਲ ਡੋਜ਼ ਦਿੱਤੀ ਜਾਂਦੀ ਆ, ਥੋੜੇ ਸਮੇਂ ਬਾਅਦ ਉਹ ਡੋਜ਼ ਦਿੰਦੇ ਆ ਤਾਂ ਕਿ ਉਹ ਬੋਡੀ ਦੀ ਜਿਹੜੀ ਹੀਲਿੰਗ ਪਾਵਰ ਹੁੰਦੀ ਆ, ਆਪਣੇ ਆਪ ਨੂੰ ਜਿਹੜਾ ਬੋਡੀ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨੂੰ ਸਟਿਮੂਲੇਟ ਕਰੇ। ਸਟਿਮੂਲੇਟ ਹੁੰਦਾ ਬੂਸਟ ਕਰੇ। ਉਹ ਇਹ ਦੇਖਣਾ ਚਾਹੁੰਦੇ ਨੇ ਵੀ ਯਾਰ ਵੀ ਸਿੱਧਾ ਦਵਾਈ ਨਾ ਦਿਓ, ਇਹ ਦੇਖੋ ਕਿ ਬੰਦੇ ਨੂੰ ਬਿਮਾਰੀ ਕਿਹੜੀ ਹੈ, ਉਹਦੇ ਨਾਲ ਜੁੜਦੀ ਹੋਈ ਮੈਡੀਸਨ ਦਿਓ ਤੇ ਉਹਨੂੰ ਥੋੜੀ ਜਿਹੀ ਡੋਜ਼ ਦੇ ਕੇ ਦੇਖੋ ਪਹਿਲਾਂ ਵੀ ਇਹਦੇ ਨਾਲ ਕੋਈ ਫਰਕ ਪਿਆ ਹੈ ਜਾਂ ਨਹੀਂ ਪਿਆ, ਸਾਰਾ ਕੁਝ ਇਹਦੇ ਬਾਰੇ। ਠੀਕ ਹੈ, ਆ ਜਾਓ ਆਪਾਂ ਲਿਸਟ ਆਫ ਹੈਡਿੰਗ ਤੇ ਆਉਂਦੇ ਹਾਂ। ਅਸਲ ਦੇ ਵਿੱਚ ਆਪਾਂ ਨੂੰ ਇਹੀ ਦੱਸਿਆ ਨਾ ਵੀ ਆਪਾਂ ਟ੍ਰੀਟਮੈਂਟ ਹੁੰਦਾ ਕਿਵੇਂ ਇਹਦਾ। ਨਵਦੀਪ ਦਾ ਹੱਥ ਖੜਾ ਹੈ, ਵੈਰੀ ਗੁੱਡ। ਦੇਖ ਲਓ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ। ਆਪਣੇ ਕੋਲ ਹੀਟਰ ਨਹੀਂ ਹੈਗਾ, ਹੀਟਰ ਕੱਢ ਲਿਆ ਗੱਡੀ 'ਚ ਪਿਆ ਸੀ, ਮੈਂ ਦੇਖਿਆ ਜਦੋਂ ਆਪਾਂ ਆਏ, ਕੱਢ ਲਿਓ ਫਿਰ। ਹੁਣ ਗੱਡੀ ਗਈ ਹੋਈ। ਅੱਛਾ, ਚਲੋ ਜੀ, ਇੱਕ ਮਿੰਟ ਮੈਂ ਦੱਸਦਾ ਕਿਹਨੂੰ ਅਨਮਿਊਟ, ਮੈਂ ਆਪੇ ਕਰਦਾ ਅਨਮਿਊਟ। ਠੀਕ ਹੈ, ਤੁਹਾਨੂੰ ਸੋਚਣ ਦੀ ਲੋੜ ਨਹੀਂ। ਰਾਹੁਲ, ਹਾਂਜੀ। 6th क्वेश्चन आंसर 6th ਹਾਂਜੀ ਓਕੇ 1 ਇੱਕ ਮਿੰਟ, ਆਪਣਾ ਪਲਵੀਰ ਕੌਰ। ਹਾਂਜੀ ਸਰ 6th ਮੈਂ ਦੇਖਾਂ 6th ਕਿਹੜਾ ਹੈਗਾ। 6th ਕਿਹੜਾ ਹੈਗਾ? ਬੇਵਕੂਫੋ, ਆ ਕੀ ਹੈ ਪਹਿਲਾਂ ਦੱਸਿਓ ਕੀ ਹੈ। ਸੈਕਸ਼ਨ A ਦਾ 6th ਦਾ ਪਹਿਲੇ ਐਗਜ਼ਾਮਪਲ ਚ ਕੱਢ ਦਿੱਤਾ ਸੀ ਆਪਾਂ ਨੇ, ਫਿਰ ਉਹ ਤਾਂ ਆ ਹੀ ਨਹੀਂ ਸਕਦਾ, ਉਹ ਤਾਂ ਆ ਹੀ ਨਹੀਂ ਸਕਦਾ, ਉਹ ਤਾਂ ਦੁਬਾਰੇ ਹੋ ਹੀ ਨਹੀਂ ਸਕਦਾ। ਅਰੇ ਮੂਰਖ ਪ੍ਰਾਣੀ, ਕਰੋ ਹੱਥ ਖੜਾ, ਦੇਖੀਏ ਕਿਹਦਾ ਹੱਥ ਖੜਾ, ਫਿਰ ਆਪਾਂ ਦੇਖਦੇ ਹਾਂ ਕਿਹਨੂੰ ਬੁਲਵਾਉਣਾ ਹੈਗਾ। ਚਲੋ ਰਜਿੰਦਰ ਕੌਰ, ਮਿਊਟ ਹਟਾਓ, ਕੱਲੀ ਬੋਲ ਕੇ ਹਟ ਗਈ। ਸੌਰੀ, ਲਾਸਟ ਇੱਕ ਮਿੰਟ ਮੈਂ ਕਰਦਾ। ਆ ਲੋ, ਤੁਹਾਨੂੰ ਮੈਂ ਮੌਕਾ ਦੇਣਾ, ਤੁਹਾਡੇ ਲਈ ਖੋਲਦੀ ਚੈਟ। ਲਓ ਜੀ, ਚੈਟ 'ਚ ਡਿੱਗੋ ਆਪਣਾ ਆਨਸਰ, ਸਾਰੇ ਦੇਖ ਸਕਦੇ ਆ। ਹਮਾਰੀ ਚੈਟ ਹੈ ਔਰ ਹਾਰ ਲੱਗੇ ਮੈਸੇਜ ਤੜ ਵੇਖਾਂ ਤੇ ਸਹੀ ਕੀ ਕਹਿੰਦੇ ਆ। ਕਿਹੜਾ ਭਗਤ ਕੋਈ ਸੀ ਵਾਲਾ ਸੀਗਾ, ਇੱਕ ਨਵਨੀਤ ਨੇ ਸੈਕਿੰਡ ਦਿੱਤਾ, ਇੱਕ ਨੇ ਆ ਸੀ ਵਾਲਾ ਕਿਹੜਾ ਆਈਫੋਨ ਵਾਲਾ ਸੀ ਆਨਸਰ ਕਿਵੇਂ ਆ ਗਿਆ ਪੁੱਤ? ਮੈਂ ਦੇਖਦਾ ਇਹਨੂੰ ਬੁਲਾਉਂਦੇ ਆ, ਕੌਣ ਹੈ ਸੈਕਿੰਡ ਵੀ ਦੇਖਦੇ ਆਪਾਂ। ਲਾਸਟ ਵਨ ਹੈ, ਠੀਕ ਹੈ, ਲਾਸਟ ਵਾਲਾ ਕਿਤੇ ਪੇਪਰ 'ਚ ਨਾ ਲਿਖਾਂਗੇ ਉਹ ਕੌਣ ਹੈ? ਰਜਿੰਦਰ ਕੌਰ ਵੀ ਲਾਸਟ ਵਾਲਾ, ਕਿਹੜੇ ਵਾਲਾ? ਲਾਸਟ ਵਾਲਾ। ਤੇ ਆ ਰਮਨਦੀਪ ਕੌਰ ਤੁਸੀਂ ਲਿਖਿਆ ਨਾ ਐਸਪੈਕਟਸ ਆਫ ਟ੍ਰੀਟਮੈਂਟ, ਗਲਤ ਹੈ, ਇਹ ਗਲਤ ਹੈ। 10 ਲਿਖਣਾ ਤੁਸੀਂ, ਉਹ ਵੀ ਰੋਮਨ 'ਚ। ਸੌਰੀ ਸਰ, ਸੀ ਨਹੀਂ ਸੀ, ਓਕੇ, ਕੰਸਰਨ ਸੀਗਾ, ਓਕੇ, ਨੋ ਵਰੀ ਬੱਚੇ। ਤਨੀਸ਼ਾ ਸੈਕਿੰਡ, ਪਹਿਲਾਂ ਮੈਂ ਸੈਕਿੰਡ ਦੇਖਾਂ ਕਿਹੜਾ ਹੈਗਾ। ਸੈਕਿੰਡ ਕੀ ਆ? ਕੰਸਰਨ ਅਬਾਊਟ ਹੋਮੋਪੈਥੀ। ਨਹੀਂ ਯਾਰ, ਜਿਨ੍ਹਾਂ ਨੇ 10 ਆਨਸਰ ਦਿੱਤਾ ਉਹ ਐਕੂਰੇਟ ਸਹੀ ਹੈਗਾ, ਤੇ 10 ਉਹਨਾਂ ਨੇ ਜਿਨ੍ਹਾਂ ਨੇ ਰੋਮਨ ਚ ਦਿੱਤਾ, ਰੋਮਨ, ਉਹ ਸਹੀ ਹੈ, ਉਹ ਸਹੀ ਹੈ ਕੱਲਾ। ਜਿਨ੍ਹਾਂ ਨੇ 10 10 ਵੀ ਪਾਇਆ ਉਹ ਵੀ ਗਲਤ ਹੈ। ਜਿਹਨੇ 10 ਪਾਇਆ ਨਾ ਉਹ ਗਲਤ ਹੈ,
ਜਿਹਨੇ 10 ਪਾਇਆ ਉਹ ਗਲਤ ਹੈ, ਕਿਉਂਕਿ ਧਿਆਨ ਨਾਲ ਦੇਖੋ ਇੱਕ ਚੀਜ਼ ਆਪਣੇ ਤੋਂ ਪੁੱਛਿਆ ਕੀ ਹੈਗਾ, ਦੇਖੋ ਧਿਆਨ ਨਾਲ ਲਿਸਟ ਆਫ ਹੈਡਿੰਗ ਇਧਰ ਕੀਤਾ ਹੋਇਆ ਹੈ, ਦਾ ਮੋਸਟ ਸੁਟੇਬਲ ਹੈਡਿੰਗ और A to G है, इन्हें सेक्शन B to G लिख करके ना, क्योंकि A तो उन्होंने एग्जांपल जी देता सीगा, फ्रॉम द लिस्ट ऑफ 1 to 10 रोमन च पाने ने आले 1 2 3 आले रोमन च जे इन्हें भी रोमन च आंसर दिता होएगा। मैं उम्मीद करूंगा तो मेरी गल समझ आ रही होगी, पता लग रहा होगा। जे किसी ने ना डायरेक्ट आंसर देता जिवें एस्पेक्ट्स ऑफ ट्रीटमेंट, गलत हैगा। एवें चाहे अपना लख सही आंसर है, कंप्यूटर ने ਚੱਕਣਾ ਹੀ ਨਹੀਂ। ਤੁਸੀਂ ਤੁਹਾਨੂੰ ਦੇਖੋ, ਤੁਹਾਨੂੰ ਲੱਗਿਆ 10 ਮੇਰਾ ਸਹੀ ਆ, 1010 ਠੀਕ ਆ, ਪਰ ਉਹ ਵੀ ਗਲਤ ਹੈ ਕਿਉਂਕਿ ਰੋਮਨ ਵਾਲਾ 10 ਹੀ ਐਕੂਰੇਟ ਆਂਸਰ ਐਂਡ ਸ਼ੇਪ ਉਹੀ ਜੋ ਉੱਥੇ ਕੁਐਸਚਨ ਲਿਸਟ ਦੇ ਉੱਪਰ ਦਿੱਤੀ ਹੋਈ ਹੈ, ਐਗਜ਼ੈਕਟ ਸੇਮ ਸ਼ੇਪ। ਕਈ ਹੁੰਦੇ ਆ ਨਾ ਕਿ ਇਦਾਂ ਜਦੋਂ ਆਪਾਂ ਰੋਮਨ ਨੂੰ x ਲਿਖਦੇ ਆ ਹਨਾ, ਉੱਪਰ ਆਪਾਂ ਉੱਪਰ ਵੀ ਲਾਈਨ ਮਾਰ ਦਿੰਦੇ ਆ, ਨੀਚੇ ਵੀ, ਉਹ ਨਹੀਂ ਕਰਨਾ। ਹਾਂ ਇਹ ਦੱਸ ਦਿੰਦੇ ਆ, ਸਮਝਾ ਦਿੰਦੇ ਆ, ਪੈਸੇ ਲੱਗ ਜਾਣੇ ਨੇ ਤੁਹਾਡੇ ਇੱਕ ਵਾਰ। ਵੇਖੋ ਵੀਰ ਜੀ पेंट मैं बड़ा पेंट किया हैगा, ਆਪਾਂ ਕਿਸੇ ਦਿਨ ਰੀਡਿੰਗ ਲਿਸਟ ਦਾ ਆਨਸਰਸ ਪਾਵਾਂਗੇ। ਆ ਦੇਖੋ ਜਿਵੇਂ ਐਵੇਂ ਨਾ ਇਹ ਰੋਮਨ ਸਹੀ ਹੈਗਾ, ਜੇ ਕਿਸੇ ਭਗਤ ਨੇ ਐਵੇਂ ਤੇ ਸਕੂਲ ਚ ਕਰਾਇਆ ਹੋਇਆ, ਐਵੇਂ ਟੋਪੀਆਂ ਲਾਤੀਆਂ ਨੇ ਠੰਡ ਚ, ਇਹ ਗਲਤ ਹੈ। ਜੇ ਕਿਸੇ ਨੇ ਠੰਡ ਚ ਟੋਪੀਆਂ ਲਾਤੀਆਂ ਉਹ ਗਲਤ ਹੈਗਾ। ਤਾਂ ਇੱਕ ਹੋਰ ਸੁਣਿਓ, ਜਦੋਂ ਤੁਸੀਂ ਆਪਣਾ ਆਨਸਰ ਲਿਖਦੇ ਹੁੰਦੇ ਹੋ ਨਾ, ਨਾ ਲਾਈਨ ਦੇ ਉੱਪਰ ਟੱਚ ਹੋਵੇ ਤੇ ਨਾ ਲਾਈਨ ਦੇ ਨੀਚੇ ਟੱਚ ਹੋਵੇ, ਇਹ ਰੂਲ ਹੈਗਾ। ਗੱਲਾਂ ਦੀ ਗੌਰ ਰੱਖੋ, ਇਹ ਕੰਮ ਆਉਣਗੀਆਂ ਗੱਲਾਂ। ਐਂਡ ਸਾਰੇ ਲੈਟਰਸ ਕੈਪੀਟਲ ਹੋਣੇ ਚਾਹੀਦੇ ਆ। ਲੋਅਰ ਕੇਸ ਦੇ ਵਿੱਚ ਆਨਸਰ ਕਦੇ ਵੀ ਨਹੀਂ ਲਿਖਣਾ, ਕੈਪੀਟਲ ਅੱਖਰ ਹੋਣੇ ਚਾਹੀਦੇ ਆ। ਇੱਕ ਮੇਰੀ ਸਟੂਡੈਂਟ ਆਈ ਰੋਣ ਲੱਗ ਰਹੀ, ਮੈਂ ਕਿਹਾ ਵੀ ਕੀ ਹੋਇਆ, ਕਹਿੰਦੀ ਮੈਂ ਟਰੂ ਫਾਲਸ ਪੁੱਛੇ ਸੀ ਤੇ ਟਰੂ ਫਾਲਸ ਦੀ ਜਗ੍ਹਾ ਤੇ ਯੈਸ ਨੋ ਲਿਖਿਆ ਹੀ। ਮੇਰੀ ਗੱਲ ਸਮਝੇ ਤੁਸੀਂ? ट्रू फॉल्स एक अलग काइंड है, यस नो एक अलग काइंड है। चाहे ट्रू दा मतलब भी यस हुंदा है, पर जे ट्रू पूछे तां ट्रू, यस पूछे तां यस। ते हरेक अखर जिहड़ा कैपिटल होना बड़ा लाजमी है, ये रूल है बच्चे। चलो अगला पढ़िए आप लिस्ट ऑफ हेडिंग। थैंक्स, मैं भी इदां ही लिखती हां। सरबजीत कौर, वेरी गुड बच्चे। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇੱਕ ਬੱਚਾ ਸਿੱਖਦਾ ਹੈਗਾ ਤੇ ਅਸੀਂ ਚਾਹੁੰਦੇ ਕਿ ਸਾਡਾ ਜਵਾਕ ਬਹੁਤ ਵਧੀਆ ਅੱਗੇ ਜਾਵੇ। ਚਲੋ ਜੀ ਆਪਾਂ ਆਉਂਦੇ ਆ ਕਿ ਹੁਣ ਇੱਧਰ ਮੈਂ ਤੁਹਾਨੂੰ ਚੈਟ ਕਰਦੇ ਆ ਬੰਦ, ਚੈਟ ਕਰਤੀ ਬੰਦ, ਸਕਰੀਨ ਕਰਦੇ ਆ ਸ਼ੇਅਰ, ਕਰਤੀ ਸ਼ੇਅਰ। ਲਓ ਜੀ ਆਪਾਂ ਕਿੱਥੇ ਤੱਕ ਪੜ੍ਹ ਲਏ? ਇਹ ਈ ਤੱਕ ਪੜ੍ਹ ਲੈਣਾ, 2 ਰਹਿ ਗਏ ਆਪਣੇ ਕੋਲੇ, ਐਫ ਤੇ ਜੀ। ਹੁਣ ਥੋੜੇ ਡਿਫਰੈਂਟ ਨੇ ਤਾਂ ਬੇਨਤੀ ਹੈ ਵਧੀਆ ਪੜ੍ਹ ਲਈਏ ਆਪਾਂ। ਹਾਊ ਡਜ਼ ਦ ਕਨਸੈਪਟ ਆਫ homeopathy differ na, differ from that the conventional medicine। ਕਹਿੰਦੇ ਉਹ ਵੀ ਹੁਣ ਕਹਿੰਦੇ ਆਪਾਂ ਦੇਖਦੇ ਆ ਵੀ ਜਿਹੜਾ ਕਨਸੈਪਟ ਆਫ ਹੋਮੋਪੈਥੀ ਆ ਉਹ ਵੱਖਰਾ ਕਿਵੇਂ ਆ ਕਨਵੈਨਸ਼ਨਲ ਮੈਡੀਸਿਨਸ ਦੇ ਨਾਲੋਂ। ਹਾਂ ਮੈਡੀਸਨ ਵੈਰੀ ਸਿੰਪਲੀ homeopathy attempts to stimulate the body to recover itself। ਕਹਿੰਦੇ ਜਿਹੜੀ ਹੋਮੋਪੈਥੀ ਆ ਉਹ ਕਿਵੇਂ ਕੰਮ ਕਰਦੀ ਆ, ਬਾਡੀ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਦੀ ਆ, ਮਤਲਬ ਜਿੱਥੋਂ ਬਿਮਾਰੀ ਸ਼ੁਰੂ ਹੋਈ ਉੱਥੇ ਹੀ ਲੈ ਕੇ ਜਾਂਦੀ, ਉਹਨੂੰ ਰਿਕਵਰ ਕਰਦੀ ਆ। Instead of looking upon the symptom as something wrong which must be set right, the homeopath sees them as signs of the way the body is attempting to help itself। ਕਹਿੰਦੇ ਕਿ ਉਹ ਕੀ ਕਰਦੇ ਨੇ ਕਿ ਕਾਦੇ ਤੇ ਸਿੰਪਟਮਸ ਦੇ ਉੱਪਰ ਕੰਮ ਕਰਦੇ ਆ, ਫਿਰ ਉਹ ਕਹਿੰਦੇ ਵੀ ਬਾਡੀ ਨੂੰ ਉੱਥੇ ਹੀ ਲੈ ਕੇ ਜਾਣਾ ਜਿੱਥੋਂ ਉਹਨੇ ਸ਼ੁਰੂ ਕੀਤਾ ਸੀ, ਉਹਦੇ ਸਾਈਨਸ ਸਿੰਪਟਮਸ ਸਾਰਾ ਕੁਝ ਦੇਖਿਆ ਜਾਂਦਾ। Another basic difference between conventional medicine therapy and homeopathy is in the role of medication। ਕਹਿੰਦੇ ਕਿ ਜਿਹੜਾ ਕਹਿੰਦੇ ਹੋਰ ਜੇ ਆਪਾਂ ਕੋਈ ਹੋਰ ਡਿਫਰੈਂਸ ਦੀ ਗੱਲ ਕਰੀਏ ਹੋਮੋਪੈਥੀ ਤੇ ਕਨਵੈਨਸ਼ਨਲ ਮੈਡੀਸਿਨਸ ਦੇ ਵਿੱਚ, ਤਾਂ ਕੀ ਆ ਰੋਲ ਆਫ ਮੈਡੀਕੇਸ਼ਨ, ਕਿ ਮੈਡੀਕੇਸ਼ਨ ਕੰਮ ਕਿਵੇਂ ਕਰਦੀ ਆ, ਉਹ ਰੋਲ ਦੇ ਵਿੱਚ ਵੀ ਫਰਕ ਆ। In much of conventional therapy the illness is controlled through regular use of medical substances। ਕਹਿੰਦੇ ਕਿ ਜਿਹੜੀ ਕਨਵੈਨਸ਼ਨਲ ਥੈਰੇਪੀ ਆ ਉਹਦੇ ਵਿੱਚ ਕੀ ਆ ਸਿੱਧੇ ਤੌਰ ਤੇ ਜਿਹੜੀ ਡਿਸੀਜ਼ ਆ ਉਹਨੂੰ ਕੰਟਰੋਲ ਕੀਤਾ ਜਾਂਦਾ ਯੂਜ਼ ਆਫ ਮੈਡੀਕਲ ਸਬਸਟੈਂਸਿਸ ਨੂੰ ਯੂਜ਼ ਕਰਕੇ। If the medication is withdrawn, the person return to illness। ਜੇ ਕਿਤੇ ਉਹਨਾਂ ਨੇ ਕਿਹਾ ਨਾ withdrawal, if the medication is withdrawal, ਜੇ ਕਦੀ ਦਵਾਈ ਛੁੱਟ ਜੇ
ਦੀ ਪਰਸਨ ਰਿਟਰਨ ਟੂ ਇਲਨੈਸ, ਜਿਹੜਾ ਬੰਦਾ ਵਾ ਉਹ ਦੁਬਾਰਾ ਬਿਮਾਰ ਹੋ ਜਾਂਦਾ ਹੈ। For example, a person who takes a pill for high blood pressure every day is not undergoing a cure, but is only controlling the symptoms. ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ, ਕਹਿੰਦੇ ਜਿਵੇਂ ਕਿ ਮੰਨ ਲਓ ਕਿ ਇੱਕ ਬੰਦਾ ਉਹ ਬਲੱਡ ਪ੍ਰੈਸ਼ਰ ਦੀ ਗੋਲੀ ਲੈਂਦਾ ਹਰ ਰੋਜ਼, ਜੇ ਮਤਲਬ ਕੀ ਆ ਉਹ ਜਿਹੜੀ ਗੋਲੀ ਆ ਉਹ ਉਹਦੇ ਬਲੱਡ ਪ੍ਰੈਸ਼ਰ ਨੂੰ ਠੀਕ ਨਹੀਂ ਕਰ ਰਹੀ, ਬਸ ਉਹ ਕਿ ਕੰਟਰੋਲਿੰਗ ਦੀ ਸਿੰਪਟਮਸ ਆ, ਮਤਲਬ ਕਿ ਉਹ ਸਿੰਪਟਮਸ ਨੂੰ ਕੰਟਰੋਲ ਕਰਦੀ ਹੈ। ਜਿਸ ਦਿਨ ਉਹ ਬਲੱਡ ਪ੍ਰੈਸ਼ਰ ਦੀ ਗੋਲੀ ਲਊਗਾ ਉਹਦਾ ਬਲੱਡ ਪ੍ਰੈਸ਼ਰ ਠੀਕ ਰਹੇਗਾ, ਜਿਸ ਦਿਨ ਉਹ ਦਵਾਈ ਨਹੀਂ ਲਊਗਾ ਬਲੱਡ ਪ੍ਰੈਸ਼ਰ ਫਿਰ ਉੱਪਰ ਨੀਚੇ ਹੋ ਜਾਊਗਾ। ਮੀਨਸ ਕਿ ਇਹ ਟੈਂਪਰੇਰੀ ਤੌਰ ਤੇ ਜਿਹੜੀ ਬਿਮਾਰੀ ਉਹਨੂੰ ਠੀਕ ਕੰਟਰੋਲ ਰੱਖਦੀ ਹੈ। ਆਪਸ ਦੇ ਵਿੱਚ ਇਹ ਮੈਨੂੰ ਇਹ ਲੱਗਦਾ ਕਿ ਦੋਨਾਂ ਦਾ ਆਪਸ ਚ ਕੰਪੈਰੀਜ਼ਨ ਹੋ ਰਿਹਾ, ਹੋਮੋਪੈਥੀ ਵਾਲਿਆਂ ਦਾ ਤੇ ਕਨਵੈਨਸ਼ਨਲ ਦਾ। ਜਿਹੜੇ ਮਤਲਬ ਇਹ ਐਲੋਪੈਥੀ ਵਾਲੇ ਹੋ ਗਏ ਨਾ, ਹਾਂਜੀ ਕਨਵੈਨਸ਼ਨਲ ਉਹੀ ਟ੍ਰੈਡੀਸ਼ਨਲ ਮੈਡੀਸਿਨਸ ਜਾਂ ਫਿਰ ਐਲੋਪੈਥੀ ਸਮਝ ਲਓ, ਮਤਲਬ ਕਿ ਅੰਗਰੇਜ਼ੀ ਦਵਾਈਆਂ ਦਾ ਤੇ ਹੋਮੋਪੈਥੀ ਆਪਸ ਦੇ ਵਿੱਚ ਇਹ ਕਹਿ ਰਹੇ ਨੇ, ਉਹ ਕਹਿੰਦੇ ਵੀ ਸਾਡੀ ਜਿਹੜੀ ਦਵਾਈ ਵਧੀਆ ਹੈ, ਉਹ ਕਹਿੰਦੇ ਸਾਡੀ ਜੜੋਂ ਖਤਮ ਕਰਦੀ ਹੈ, ਉਹ ਕਹਿੰਦੇ ਸਾਡੀ ਦੇ ਰਿਜ਼ਲਟ ਛੇਤੀ ਆਉਂਦੇ ਨੇ। ਤੇ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ, ਉਹ ਕਹਿੰਦੇ ਵੀ ਜਿਹੜੀ ਹੋਮੋਪੈਥੀ ਹੈ ਨਾ ਇਹ ਬਿਮਾਰੀ ਨੂੰ ਜੜੋਂ ਖਤਮ ਕਰਦੀ ਹੈ। ਜਿਹੜੇ ਦੂਜੇ ਨੇ ਆ ਕਨਵੈਨਸ਼ਨਲ ਨੇ, ਉਹ ਫਿਰ ਹੋਮੋਪੈਥੀ ਪਤਾ ਕਹਿੰਦਾ ਵੀ ਜਿਹੜੇ ਤੁਹਾਡੇ ਬੰਦੇ ਨੇ ਨਾ ਉਹ ਬਲੱਡ ਪ੍ਰੈਸ਼ਰ ਦੀ ਗੋਲੀ ਖਾਈ ਜਾਂਦੇ ਨੇ ਠੀਕ ਨੇ, ਜਿੱਦੇ ਗੋਲੀ ਨਹੀਂ ਖਾਣਗੇ ਉਹਦੇ ਠੀਕ ਨਹੀਂ, ਮਤਲਬ ਕਿ ਤੁਸੀਂ ਟੈਂਪਰੇਰੀ ਠੀਕ ਕਰਦੇ ਹੋ ਤੇ ਅਸੀਂ ਕਰਦੇ ਹਾਂ ਪਰਮਾਨੈਂਟ। ਬਟ ਹੋਮੋਪੈਥੀ's aim is the cure। ਹਾਂ ਕਹਿੰਦੇ ਹੋਮੋਪੈਥੀ ਦਾ ਜਿਹੜਾ ਏਮ ਆ that is to cure, ਉਹ ਕਹਿੰਦੀ ਅਸੀਂ ਚਾਹੁੰਦੇ ਹਾਂ ਵੀ ਚੰਗੀ ਤਰ੍ਹਾਂ ਠੀਕ ਹੀ ਹੋਵੇ। The complete restoration of perfect health, as Dr. Hahnemann said। ਕਹਿੰਦੇ ਡਾਕਟਰ ਹੈਨੇਮਨ ਨੇ ਕਿਹਾ ਕਿ ਅਸੀਂ ਕੀ ਚਾਹੁੰਦੇ ਹਾਂ ਕਿ ਹੋਮੋਪੈਥੀ ਬਿਲਕੁਲ ਚੰਗੀ ਤਰ੍ਹਾਂ ਕਿਉਰ ਕਰ ਦੇ, ਬਿਮਾਰੀ ਦਾ ਇਲਾਜ ਹੋਵੇ, ਰੀਸਟੋਰੇਸ਼ਨ ਆਫ ਪਰਫੈਕਟ ਹੈਲਥ ਹੋਵੇ, ਮਤਲਬ ਕਿ ਦੁਬਾਰਾ ਉਸੇ ਹੈਲਥ ਸਹੀ ਹੈਲਥ ਤੇ ਆ ਜਾਵੇ, ਇਹ ਨਹੀਂ ਕਿ ਦੁਬਾਰਾ ਮੈਡੀਸਿਨ ਖਾਣੀ ਪਵੇ। ਕਹਿਣ ਦਾ ਮਤਲਬ ਇਹ ਹੈਗਾ ਕਿ ਅੰਗਰੇਜ਼ੀ ਦਵਾਈਆਂ ਤੇ ਹੋਮੋਪੈਥੀ ਦਵਾਈਆਂ ਦੀ ਆਪਸ ਵਿੱਚ ਲੜਾਈ ਹੋਈ ਸੀ, ਹੋਰ ਕੁਝ ਨਹੀਂ ਹੋਇਆ। ਕਿਸੇ ਕਾਟੇ ਮਾਟੇ ਮਾਰ ਅੱਛਾ ਕਮੈਂਟ ਪਿਆ ਤੇ ਸਾਰੇ। ਚਲੋ ਇੱਕ ਵਾਰ ਆਪਾਂ ਐ ਕਰਦੇ ਆਂ, ਵੇਟ ਕਰੋ ਮੇਰੀ ਗੱਲ ਦਾ। ਇਹ ਆਪਾਂ ਡਰਾ ਦੇਖੋ, ਆਪਣਾ ਇਹ ਆਨਸਰ ਹੋ ਗਿਆ, ਇਹ ਵੀ ਨਹੀਂ ਆਪਣਾ ਆਨਸਰ ਹੈਗਾ, डिबेट भी हो गया, प्रिपरेशन भी हो गया, एस्पेक्ट ऑफ ट्रीटमेंट भी हो गया, बस है ना। चलो हुण आंसर जल्दी जल्दी देखो भी की होया। ओ यो हनी सिंह, राहुल कुमार, इस सारियों में बात जल्दी जल्दी देखो। आप ऑन करते चलो ਅਸੀਂ ਪੜਾਉਂਦੇ ਆ, एलिमिनेशन करते हैं ਆਪਾਂ। 3 पार्टिसिपेंट रेज द हैंड, एलिमिनेशन करके दिखाਉਂਦੇ ਆ ਵੀ ਅਸੀਂ ਕਿਵੇਂ ਲੱਭਦੇ ਆ। ਤਾਂ ਹੈ ਨਹੀਂ ਨਾ, ਇਹ ਤਾਂ ਗਲਤ ਹੈ। ਠੀਕ ਹੈ। एडवांटेजेस एंड लिमिटेशंस ऑफ द होम्योपैथी, कोई एडवांटेज ते लिमिटेशन बारे कोई गल नहीं करी, मतलब कि आ आंसर तो है नहींगा। आ भी हो गया, आ भी हो गया, आ भी हो गया। डॉक्टर एस हैनेमन नहीं, एक वर्ड नाल कदे भी नहीं आउंदा। फ्यूचर ऑफ होम्योपैथी बिल्कुल भी नहीं हैगा। कंसर्न अबाउट होम्योपैथी ना रे ना। लास्ट ध्यान नाल देख के देखो, एक वर्ड है दैट इज कॉल्ड अ कंपैरिजन विद द ट्रेडिशनल वेस्टर्न मेडिसिन, क्योंकि ट्रेडिशनल ते वेस्टर्न मेडिसिन दा आपस दे विच कंपैरिजन दस्सिया सीगा ते सारे बच्चों को ये चीज पता लगी होनी कि आंसर थर्ड हैगा। थर्ड क्यों आया? क्योंकि हाँ बिल्कुल जी बिल्कुल राहुल सही है। कहने दा मतलब तुसी समझ रहे हो ना कि ओ च आपां नूं ये दस्सिया गया बच्चे कि ओ मेडिसिन है जिहड़ी ओ आ काम करदी है। होम्योपैथी वाले ਅਸੀਂ ਕਹਿੰਦੇ ਕਿ क्योर करते हैं, ਜਿਹੜੇ ਅੰਗਰੇਜ਼ੀ ਮੈਡੀਸਿਨਸ ਵਾਲੇ ਕਹਿੰਦੇ ਵੀ ਅਸੀਂ ਛੇਤੀ ਅਸਰ ਕਰਦੇ ਹਾਂ। ਤਾਂ ਦੋਨਾਂ 'ਚ ਆਪਸ 'ਚ ਡਿਬੇਟ ਹੋਈ। ਹੁਣ ਜੇ ਆ ਆਨਸਰ ਦੀ ਮੈਂ ਸ਼ੋਰਟੀ ਲਵਾਂ ਨਾ ਵੀ ਆਨਸਰ ਲੱਭਿਆ ਕਿੱਥੋਂ ਐਕੂਰੇਟ, ਤਾਂ ਮੈਂ ਤੁਹਾਨੂੰ ਲਾਈਨਾਂ ਦਿਖਾਉਣਾ ਵੀ ਐਕੂਰੇਸੀ ਨਾਲ ਕਿੱਥੋਂ ਲੱਭਿਆ ਮੈਨੇ ਆਨਸਰ। ਦੇਖੋ ਹਾਊ ਡਸ ਦ ਕਨਸੈਪਟ ਡਿਫਰੈਂਟ फ्रॉम दैट द कन्वेंशनल मेडिसिन, वेरी सिंपली है ना। होम्योपैथी अटेम्प्ट कर दिया स्टिमुलेट बॉडी नु आप रिकवर कर दिया है इंस्टेड ऑफ लुकिंग अपॉन द सिम्पटम। एक पासे तो होम्योपैथी कहती है भी ਅਸੀਂ आप ठीक होने हैं, ते दूजे पासे कहते अनदर बेसिक डिफरेंस बिटवीन डिफरेंस है बिटवीन किहड़ी कन्वेंशनल मेडिसिन थेरेपी एंड होम्योपैथी, मतलब कि दोनों का आपस च डिफरेंस दस्सिया गया। ते आपां जदों आंसर ते आके देखदे हां कि तां डेफिनेटली अपने कोले आ बनदा है कंपैरिजन विद द ट्रेडिशनल वेस्टर्न मेडिसिन। हुण लास्ट ते एक गल दी गौर रखियो, पैराग्राफ अपने कोले रह गया एक, ऊपर उत्थे लिस्ट ऑफ द हेडिंग रह गई अपने कोले 4, मतलब कि
ਤਿੰਨ ਤਾਂ ਖਾਲੀ ਨੇ, ਆਨਸਰ ਇੱਕ ਰਹਿ ਗਿਆ। ਕਨਫਿਊਜ਼ ਕਰਨੀ ਨੇ ਨਾ। ਹੁਣ ਜੇ ਮੰਨ ਕੇ ਚਲੋ ਪੈਰਾਗ੍ਰਾਫ ਆਪਣਾ ਇੱਕ ਰਹਿ ਜਾਂਦਾ, ਉਧਰ ਵੀ ਇੱਕ ਰਹਿ ਜਾਂਦਾ, ਫਿਰ ਤਾਂ ਤੁਸੀਂ ਤਾਂ ਪੜ੍ਹਦੇ ਨਹੀਂ ਸੀ ਨਾ, ਤੁਸੀਂ ਤੇ ਸ਼ਰਾਰਤੀ ਜਵਾਕ ਹੋ, ਤੁਸੀਂ ਥੋੜੀ ਪੜ੍ਹਨਾ ਸੀਗਾ। ਹੁਣ ਪੜ੍ਹਨਾ ਸਾਰਾ ਪਊਗਾ। ਕਿਉਂ ਪੜ੍ਹਨਾ ਪਊ? ਕਿਉਂਕਿ ਕੀ ਪਤਾ ਥਰਡ ਚੋਂ ਕਿਹੜਾ ਆ ਜੇ। ਤਾਂ ਬੇਨਤੀ ਹੈ ਬੜੀਆਂ ਇੰਪੋਰਟੈਂਟ ਚੀਜ਼ਾਂ ਦੇਖਿਓ ਤੇ ਲਾਸਟ ਇਹਨੂੰ ਫਿਨਿਸ਼ ਕਰੀਏ ਰੀਡਿੰਗ ਨੂੰ। ਤੇ ਅੱਜ ਤੋਂ ਬਾਅਦ ਲਿਸਟ ਆਫ ਦਾ ਹੈਡਿੰਗ ਨਹੀਂ ਪੜਾਉਂਦਾ ਦੁਬਾਰੇ। ਤੇ ਇੰਗਲਿਸ਼ 'ਚ ਜਿੱਥੇ ਵੀ ਤੁਹਾਨੂੰ ਆਇਲਸ 'ਚ ਲਿਸਟ ਆਫ ਦਾ ਹੈਡਿੰਗ ਆਉਣਗੇ, ਤੁਸੀਂ ਆਰਾਮ ਨਾਲ ਇਸ ਤਰੀਕੇ ਨਾਲ ਉਹਨੂੰ ਸੋਲਵ ਕਰ ਸਕਦੇ ਹੋ। ਪੂਰਾ ਪੈਰੇ ਨੂੰ ਪੜੋ, ਐਲੀਮੀਨੇਸ਼ਨ ਕਰੋ, ਬਸ। ਹਾਂਜੀ। yes, this trick is both for journal and academic students। ਇਹ ਨਾ ਸੋਚਿਓ ਕਿ ਇਹ ਕਾਦੇ ਵਾਸਤੇ ਆ, ਦੋਨਾਂ ਲਈ ਜਿਹੜੀ ਟ੍ਰਿਕ ਹੈਗੀ ਆ ਉਹ ਸੇਮ ਆ। ਠੀਕ ਹੈ, ਮਤਲਬ ਪੈਰਾਗ੍ਰਾਫ ਨੂੰ ਪੜੋ, ਓਵਰਆਲ ਦੇਖੋ, ਲਿਸਟ ਆਫ ਹੈਡਿੰਗ ਚ ਜਾ ਕੇ ਐਲੀਮੀਨੇਸ਼ਨ ਕਰੋ। Homeopathy has made significant progress in treating disease which orthodox medicine find difficult। ਕਹਿੰਦੇ ਜਿਹੜੀਆਂ ਹੋਮੋਪੈਥੀ ਆ ਉਹਦਾ ਕੀ ਆ, ਇੱਕ ਬੜਾ ਸਿਗਨੀਫੀਕੈਂਟ ਇੰਪੋਰਟੈਂਟ ਜਿਹੜਾ ਪ੍ਰੋਸੈਸ ਆ ਟ੍ਰੀਟਮੈਂਟ ਦਾ, ਜਿਹੜੀਆਂ ਆਰਥੋਡਾਕਸ ਦਾ ਨਹੀਂ ਹੈਗਾ, ਜਿਹੜਾ ਉਹਨਾਂ ਲਈ ਮੁਸ਼ਕਿਲ ਆ। Best at dealing with inflammatory conditions such as arthritis, skin condition, migraine ਤੇ respiratory problem linked to allergies। It has also proved highly successful at treating asthma। ਕਹਿੰਦੇ ਇਹ ਬੈਸਟ ਕਾਦੇ ਨਾਲ ਡੀਲ ਕਰਦੀ ਹੈ, ਜਿਵੇਂ ਇਨਫਲੇਮੇਟਰੀ ਡਿਸੀਜ਼ਸ ਹੁੰਦੀਆਂ ਨੇ ਜਿਹੜੀਆਂ ਲੰਗਸ ਨਾਲ ਰਿਲੇਟਡ ਹੁੰਦੀਆਂ ਨੇ। ਠੀਕ ਹੈ, ਸੋ ਕਹਿੰਦੇ ਆ ਸਾਰੀਆਂ ਡਿਸੀਜ਼ਸ ਨਾਲ ਇਹ ਕੀ ਕਰਦੀ ਆ, ਡੀਲ ਕਰਦੀ ਆ ਤੇ ਸਕਸੈਸਫੁਲ ਟ੍ਰੀਟਮੈਂਟ ਵੀ ਮਿਲਦਾ, ਜਿਵੇਂ ਕਿ ਐਸਥਮਾ ਦਾ। ਹੁਣ ਦੇਖੋ ਆਪਾਂ ਨੂੰ ਇਹਨੇ ਇਹ ਚੀਜ਼ ਦੱਸੀ ਹੈ ਬੱਚੇ ਕਿ ਜਿਹੜੀ ਇਹ ਮੈਡੀਸਨ ਹੈ, ਪਲੀਜ਼ ਤੁਸੀਂ ਆਪਣੀ ਸਕਰੀਨ ਤੇ ਕੁਛ ਨਾ ਚਲਾਓ, ਮੈਨੂੰ ਪ੍ਰੋਬਲਮ ਹੁੰਦੀ ਹੈ ਇਧਰੋਂ। ਦੇਖੋ ਇਹਨੇ ਕੀ ਦੱਸਿਆ, ਇਨਫਲੇਮੇਟਰੀ ਕੰਡੀਸ਼ਨ ਦੇ ਵਿੱਚ ਆਹ ਦੱਸਦਾ, ਸਕਿਨ ਦੀਆਂ ਕੰਡੀਸ਼ਨਸ ਨੇ ਗੀਆਂ, ਇਹਨੂੰ ਵੀ ਠੀਕ ਕਰਦੀ ਹੈ, ਮਾਈਗ੍ਰੇਨ ਨੂੰ ਵੀ ਠੀਕ ਕਰਦੀ ਹੈ, ਰੈਸਪੀਰੇਟਰੀ ਪ੍ਰੋਬਲਮ ਜਿਹੜੀਆਂ ਢਿੱਡ ਨਾਲ ਜੁੜੀਆਂ ਹੁੰਦੀਆਂ ਨੇ, ਐਲਰਜੀਜ਼ ਨੂੰ ਵੀ ਠੀਕ ਕਰਦੀ ਹੈ, ਤੇ ਖਾਸ ਤੌਰ ਤੇ ਇਹ ਅਸਥਮਾ ਨੂੰ। ਮਤਲਬ ਕਿ ਟੂ ਬੀ ਵੈਰੀ ਓਨੈਸਟ ਇਹ ਦੱਸਦਾ ਵੀ ਜਿਹੜੀ ਹੋਮੋਪੈਥੀ ਹੈ ਨਾ ਉਹ ਇਹਨਾਂ ਨੂੰ ਚੀਜ਼ਾਂ ਨੂੰ ਠੀਕ ਕਰਦੀ ਹੈ। ਬਟ ਉਰੇ ਜਦੋਂ ਬਟ ਆ ਗਿਆ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਹੁਣ ਕੋਈ ਨੈਗੇਟਿਵ ਗੱਲ ਕਰਨਗੇ। ਮਤਲਬ ਹੁਣ ਹੋਮੋਪੈਥੀ ਦੀ ਬੇਇੱਜ਼ਤੀ ਹੋਣੀ ਸ਼ੁਰੂ ਹੋ ਗਈ। ਹਾਂ, homeopathy is not an appropriate treatment for degenerative disease such as emphysema। ਕਹਿੰਦੇ ਕਿ ਪਰ ਕਹਿੰਦੇ ਕੁਝ ਤਰ੍ਹਾਂ ਦੀਆਂ ਡਿਸੀਜ਼ਸ ਨੇ ਜਿਹਦੇ ਨਾਲ ਇਹ ਡੀਲ ਨਹੀਂ ਕਰਦੀ। ਆਈ ਥਿੰਕ ਦਿਸ ਇਜ਼ ਅ ਟਾਈਪ ਆਫ ਅ ਕੈਂਸਰ, ਵੀ ਇਹ ਇੱਕ ਕੈਂਸਰ ਦੀ ਟਾਈਪ ਆ ਕਿ ਉਹ ਇਦਾਂ ਦੀਆਂ ਟ੍ਰੀਟਮੈਂਟ ਉਹ ਨਹੀਂ ਕਰ ਸਕਦੀ। ਮਤਲਬ ਆਪਾਂ ਨੂੰ ਪਹਿਲਾਂ ਤਾਂ ਦੱਸਿਆ ਵੀ ਹੋਮੋਪੈਥੀ ਇਹ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਨੂੰ ਠੀਕ ਕਰਦੀ ਹੈ, ਤੇ ਉਸ ਤੋਂ ਬਾਅਦ ਦੱਸਦਾ ਵੀ ਇਹਦੀਆਂ ਵੀ ਕੋਈ ਨਾ ਕੋਈ ਲਿਮਿਟੇਸ਼ਨ ਹੈਗੀਆਂ ਨੇ, ਵੀ ਸਾਰੀਆਂ ਬਿਮਾਰੀਆਂ ਨੂੰ ਨਹੀਂ ਇਹ ਠੀਕ ਕਰਦੀ। ਕਈ ਜਗ੍ਹਾ ਦੇ ਉੱਤੇ ਇਹਦਾ ਕੰਮ ਹੈ ਜਿਹੜਾ ਉਹ ਰੁਕ ਵੀ ਜਾਂਦਾ ਹੈਗਾ, ਮਤਲਬ ਕਿਉਂਕਿ ਜਿਵੇਂ ਕੈਂਸਰ ਹੋ ਗਿਆ ਤੇ ਇਹਨਾਂ ਨੂੰ ਠੀਕ ਨਹੀਂ ਕਰਦੀ। It cannot treat diseases which destroy tissue। ਕਹਿੰਦੇ ਇਹ ਉਹ ਬਿਮਾਰੀਆਂ ਨੂੰ ਠੀਕ ਨਹੀਂ ਕਰ ਸਕਦੀ ਜਿਹਦੇ ਵਿੱਚ ਟਿਸ਼ੂਜ਼ ਖਰਾਬ ਹੋ ਜਾਂਦੇ ਆ, ਡਿਸਟਰੋਏ ਹੋ ਜਾਂਦੇ ਆ। Although it can still be beneficial if used in combination with other treatments। ਕਹਿੰਦੇ ਇਹ ਉਦੋਂ ਕੰਮ ਠੀਕ ਕਰ ਲੈਂਦੀ ਆ, ਉਦੋਂ ਬੈਨੀਫੀਸ਼ੀਅਲ ਆ ਜਦੋਂ ਮਤਲਬ ਨਾਲ ਦੂਸਰਾ ਟ੍ਰੀਟਮੈਂਟ ਚੱਲਦਾ, ਨਾਲ ਕੀ ਆ ਹੋਮੋਪੈਥੀ ਲਈ ਗਏ ਤਾਂ ਕੋਈ ਚੱਕਰ ਨਹੀਂ। ਬਟ ਇਹ ਕੀ ਹੈ ਕਿ ਉਹ ਕਹਿਣਾ ਚਾਹੁੰਦੇ ਕਿ ਕੱਲਾ ਹੋਮੋਪੈਥੀ ਦੇ ਸਹਾਰੇ ਨਾ ਬੈਠੋ ਜਦੋਂ ਕੋਈ ਇਦਾਂ ਦੀ ਪ੍ਰੋਬਲਮ। ਹਾਂ, ਮਤਲਬ ਕਿ ਜੇ ਤਾਂ ਨਾਰਮਲ ਪ੍ਰੋਬਲਮ ਹੈ ਫਿਰ ਤਾਂ ਦੇਵਾਂਗੇ ਅਸੀਂ ਹੋਮੋਪੈਥੀ ਦੀ ਦਵਾਈ। ਜੇ ਭਾਈ ਕਿਸੇ ਨੂੰ ਮਤਲਬ ਕਿ ਰੱਬ ਨਾ ਕਰੇ ਕਿਸੇ ਨੂੰ ਕੈਂਸਰ ਵਗੈਰਾ ਦੀ ਵੱਡੀ ਕੋਈ ਪ੍ਰੋਬਲਮ ਹੈ ਤਾਂ ਉਹਦਾ ਇਲਾਜ ਕਹਿੰਦੇ ਜਿਹੜੀ ਨਾਲ ਟਿਸ਼ੂ, ਜਿਹੜੀ ਬਾਡੀ ਦੇ ਵਿੱਚ ਟਿਸ਼ੂ ਸੈੱਲ ਦੇ ਟਿਸ਼ੂ ਦੀ ਪ੍ਰੋਬਲਮ ਆਉਂਦੀ ਹੈ ਉਹਨੂੰ ਠੀਕ ਨਹੀਂ ਕਰਦੀ ਇਹ। ਟੂ ਆਫ ਦਾ ਮੇਨ ਐਡਵਾਂਟੇजेस ਆਫ ਹੋਮੋਪੈਥੀ, ਕਿਹੜੇ ਫਾਇਦੇ ਨੇ? ਆਰ ਦਾ ਲੋ ਕਾਸਟ ਹੋ ਗਿਆ ਸਸਤੀ ਹੈ ਇਹ, of the medications and the rarity of adverse reactions। ਕਹਿੰਦੇ ਜਿਹੜੀਆਂ ਦੋ ਮੇਨ ਐਡਵਾਂਟੇਜ ਕੀ ਆ ਕਿ ਹੋਮੋਪੈਥੀ ਕੀ ਆ, ਬੜੀ ਲੋ ਕਾਸਟ ਹੁੰਦੀ ਆ, ਸਸਤੀ ਹੁੰਦੀ ਆ, ਤੇ ਕੋਈ ਐਡਵਰਸ ਰਿਐਕਸ਼ਨਸ ਇਹਦੇ ਨਹੀਂ ਹੈਗੇ, ਮਤਲਬ ਕਿ ਕੋਈ ਸਾਈਡ ਇਫੈਕਟ ਨਹੀਂ ਹੈਗਾ। the medicines are inexpensive, ਉਹੀ ਹੋ ਗਿਆ, ਸਸਤੀਆਂ ਨੇ, ਸੇਫ ਨੇ ਤੇ ਈਜ਼ੀ ਟੂ ਯੂਜ਼ ਨੇ। ਮਤਲਬ ਕਿ ਇਹਦੇ ਫਾਇਦੇ ਦੱਸ ਰਿਹਾ। ਪਹਿਲਾਂ ਉੱਪਰ ਦੱਸੇ ਕਿ ਇਹ ਬਿਮਾਰੀਆਂ ਨੂੰ ਐਵੇਂ ਡੀਲ ਕਰਦੀ ਹੈ, ਫਿਰ ਦੱਸਦੇ ਵੀ ਆਹ ਵਾਲੀਆਂ ਬਿਮਾਰੀਆਂ ਨੂੰ ਇਹ ਡੀਲ ਨਹੀਂ ਕਰਦੀ। ਕੁਝ ਕੁ ਬਿਮਾਰੀਆਂ ਨੇ ਉਹਨਾਂ ਨੂੰ ਵਧੀਆ ਮੰਨਦੀ ਹੈ, ਕੁਝ ਕੁ ਨੂੰ ਇਹ ਨਹੀਂ ਮੰਨਦੀ, ਤੇ ਉਸ ਤੋਂ ਬਾਅਦ ਦੱਸਦਾ ਵੀ ਇਹਦੇ ਫਾਇਦੇ ਨੇ, ਸਸਤੀ ਹੈ, ਈਜ਼ੀ ਟੂ ਯੂਜ਼ ਹੈ, ਸੇਫ ਹੈ। So people can learn to handle many of the common illness for which they currently seek medical help।
ਹਾਂਜੀ ਕਹਿੰਦੇ ਕਿ ਇਹਦੇ ਵਿੱਚ ਕੀ ਆ ਕਿ ਬਹੁਤ ਸਾਰੇ ਲੋਕਾਂ ਨੂੰ ਕਾਮਨ ਜਿਹੜੀ ਕੋਈ ਇਲਨੈਸ ਹੁੰਦੀ ਆ ਉਹਦੇ ਨਾਲ ਕੀ ਆ ਹੋਮੋਪੈਥੀ ਤੋਂ ਮੈਡੀਕਲ ਹੈਲਪ ਲੋਕ ਲੈ ਸਕਦੇ ਆ। The resulting savings in costs and the increase in personal independence represent a significant contribution to health care. ਮਤਲਬ ਕੀ ਆ ਇਹਦੇ ਜਿਹੜੇ ਰਿਜ਼ਲਟਸ ਨੇ ਉਹਨਾਂ ਦਾ ਬੜਾ ਵੱਡਾ ਕੰਟਰੀਬਿਊਸ਼ਨ ਆ ਹੈਲਥ ਕੇਅਰ ਦੇ ਵਿੱਚ। ਚਲੋ ਸਾਰੇ ਦੇ ਕਿਨੇ ਜਹਾਜ਼ ਉੱਡ ਰਹੇ ਨਾ ਔਰ ਵਿਚਾਰੇ ਬਹੁਤ ਬੈਠੇ ਆ ਕੈਨੇਡਾ ਦੇ, ਉਹਨੂੰ ਪਤਾ ਜੀ ਕੈਨੇਡਾ ਕੀ ਹੈ। ਚਲੋ ਜੀ ਬੋਲੀਏ ਨਾ, ਚੈਟ ਔਨ ਕਰਦੇ ਆ ਪਹਿਲਾਂ। ਤੁਹਾਡੇ ਚਿਹਰਿਆਂ ਦੇ ਉੱਤੋਂ ਤੁਹਾਨੂੰ ਖੁਸ਼ੀ ਦੀ ਖਬਰ ਦੇਖਣ ਦੇ ਲਈ ਰਮਨ ਅਕੈਡਮੀ ਹਾਜ਼ਰ ਹੈ। ਚੈਟ ਖੁੱਲ ਗਈ ਜੀ ਤੇ ਆਪੋ ਆਪਣੀ ਵੋਟ ਪਾਓ। ਲਓ ਜੀ ਤੁਹਾਨੂੰ ਸਕਰੀਨ ਤੇ ਉੱਤੇ ਵੇਖ ਰਿਹਾ ਹੈ, ਕਾਈਂਡਲੀ ਆਪਣੀ ਆਪਣੀ ਵੋਟ ਡਾਲ ਦਿਓ। फ्यूचर ऑफ होम्योपैथी ਆਪਾਂ ਕਰਦੇ ਆਂ ਜਸਟ ਫਿਟ ਕਰਦੇ ਆਂ। ਹਾਂਜੀ मतलब कि फ्यूचर ऑफ होम्योपैथी ਦੀ ਗੱਲ ਹੀ ਨਹੀਂ ਹੋਈ। कंसर्न अबाउट होम्योपैथी ਦੀ ਕੋਈ ਗੱਲ ਨਹੀਂ ਹੋਈ। ਹੋਰ ਕਿਹੜਾ ਰਹਿ ਗਿਆ ਸੀ ਆਪਣੇ ਕੋਲੇ? ਡਾਕਟਰ ਐਸ ਹੈਨੇਮਨ ਦੀ ਵੀ ਕੋਈ ਗੱਲ ਨਹੀਂ ਹੋਈ। ਤੇ ਲਾਸਟ ਦੇ ਬੱਚੇ ਆਪਣੇ ਕੋਲੇ ਇੱਕ ਆਨਸਰ ਬਚਿਆ ਸੀ, ਐਡਵਾਂਟੇजेस ਐਂਡ ਲਿਮਿਟੇਸ਼ਨ ਆਫ ਹੋਮੋਪੈਥੀ। मतलब कि आंसर नंबर 9th देखिए चैट्स किन्ने ने भेजा 9th। आ जेडे हले भी 9 ਦਾ ਨया ਨਿਧੀ व्हाट इज दिस, बाकी ਸਾਰਿਆਂ ਦਾ ਓਕੇ ਹੈ, ਜਮਾ ਜਮਾ ਓਕੇ ਜੀ, ਜਮਾ ਓਕੇ, ਵੈਰੀ ਗੁੱਡ। ਜਿੰਨੇ ਸਾਰੇ ਬੱਚੇ ਜਸਟ ਮੈਂ ਇੱਕ ਵਾਰ ਸਾਰੇ ਦੇਖ ਰਿਹਾਗਾ, ਸਾਰੇ ਓਕੇ ਨੇ। ਨਿਧੀ ਤੁਸੀਂ ਕਲਾ 9 ਪਾਇਆ ਪੁੱਤ, ਤੇ ਇਹ 9 ਐਵੇਂ ਨਹੀਂ ਆਊਗਾ, ਕਲਾ 1x ਪਾਓ। ਅਲੀ ਵੈਰੀ ਗੁੱਡ ਬੱਚੇ, ਯੂ ਆਰ ਵੈਰੀ ਗੁੱਡ। ਨਹੀਂ ਯੂਜ਼ ਕਰਨਾ ਤੁਸੀਂ ਪਲੀਜ਼, ਇੱਥੇ ਡਿਜਿਟ ਨਾ ਕਰੋ, ਰੋਮਨ ਲੈਂਗੁਏਜ ਹੀ ਕਰੋ। ਅਸੀਂ ਤੁਹਾਨੂੰ ਬਾਰ-ਬਾਰ ਇੱਕੋ ਚੀਜ਼ ਸਮਝਾਉਂਦੇ ਆ, ਨੂਮੈਰੀਕਲ ਨੰਬਰ ਯੂਜ਼ ਨਹੀਂ ਕਰਨਾ। ਜੇ ਨੂਮੈਰੀਕਲ ਪੁੱਛਿਆ ਤਾਂ ਨੂਮੈਰੀਕਲ ਯੂਜ਼ ਕਰਨੇ। ਹੁਣ ਸਾਰਿਆਂ ਨੂੰ ਇੱਕ ਚੀਜ਼ ਪਤਾ ਲੱਗੀ ਹੋਣੀ ਕਿ ਲਿਸਟ ਆਫ ਦਾ ਹੈਡਿੰਗ ਆਪਾਂ ਕਿਵੇਂ ਕਰਦੇ ਹੁੰਦੇ ਆ, ਮਾੜਾ ਮੋਟਾ ਲੱਗਿਆ ਪਤਾ। ਅਸੀਂ ਕੱਲ ਦੀ ਜਿਹੜੀ ਤੁਹਾਡੇ ਲਈ ਰੀਡਿੰਗ ਹੋਏਗੀ ਨਾ, ਅੱਜ ਮੈਂ ਤੁਹਾਨੂੰ ਇੱਕ ਬੜੀ ਵਧੀਆ ਚੀਜ਼ ਸਮਝਾਉਣਾ। ਕੱਲ ਦੀ ਰੀਡਿੰਗ ਹੋਏਗੀ ਉਹ ਟੇਸਟੀ ਹੋਊਗੀ। ਪਤਾ ਕਿਉਂ ਟੇਸਟੀ ਹੋਊਗੀ? ਇਹ ਗੱਲ ਦਾ ਧਿਆਨ ਰੱਖਿਓ। ਮੈਂ ਹਰ ਰੋਜ਼ ਨਵੀਂ ਚੀਜ਼ ਪੜ੍ਹਾ ਕੇ ਖੁਸ਼ ਹੋਊਂਗਾ। ਮੰਨ ਕੇ ਚਲੋ ਇੱਕ ਪੈਸੇਜ ਦੇ ਵਿੱਚ, ਇੱਕ ਪੂਰੇ ਪੈਸੇਜ ਦੇ ਵਿੱਚ 13 ਤੋਂ 14 ਕੁਐਸਚਨ ਹੁੰਦੇ ਨੇ। ਅਗਰੀ ਕਰਦੇ ਹੋ ਚੀਜ਼ ਨਾਲ? ਇੱਕ ਪੈਸੇਜ ਦੇ ਵਿੱਚ 13 ਤੋਂ 14 ਕੁਐਸਚਨ ਹੁੰਦੇ ਨੇ। ਅੱਜ ਆਪਾਂ ਨੇ 7 ਕੁਐਸਚਨ ਲੱਭੇ ਨੇ। 7 ਸੀ ਨਾ? 7 ਕੁਐਸਚਨ ਲੱਭੇ ਨੇ। 7 ਕੁਐਸਚਨ ਨੂੰ ਲੱਭਣ ਦੇ ਲਈ ਆਪਾਂ ਸਾਰੇ ਦੇ ਸਾਰੇ ਪੈਰਾਗ੍ਰਾਫਸ ਨੂੰ ਰੀਡ ਕੀਤਾ ਹੈ। ਅਗਰੀ ਕਰਦੇ ਹੋ? ਉੱਪਰ ਹੁਣ ਜਿਹੜੇ ਬਾਕੀ ਦੇ 6 ਤੇ 7 ਕੁਐਸਚਨ ਰਹਿ ਗਏ, ਬਾਕੀ ਵੀ ਤਾਂ ਰਹਿ ਗਏ, ਕਿਉਂਕਿ ਇੱਕ ਪੈਸੇਜ ਪੂਰਾ ਆਪਾਂ ਨੇ ਪੜ੍ਹ ਲਿਆ, ਪੂਰਾ ਹੋਮੋਪੈਥੀ ਦਾ ਪੜ੍ਹ ਲਿਆ। ਤਾਂ ਜੇ ਹੋਮੋਪੈਥੀ ਦਾ ਆਪਾਂ ਨੂੰ ਮੇਨ ਟੌਪਿਕ ਆਇਆ ਹੈ ਤਾਂ ਇੱਕ ਪੈਸੇਜ ਦੇ ਵਿੱਚ 13 ਤੋਂ 14 ਕੁਐਸਚਨ ਹੁੰਦੇ ਨੇ। ਹੁਣ ਕੱਲ ਦੀ ਰੀਡਿੰਗ ਦਾ ਸਭ ਤੋਂ ਜ਼ਿਆਦਾ ਮਜ਼ਾ ਇਹ ਹੋਊਗਾ ਮੇਰੀ ਕਲਾਸ ਦੇ ਵਿੱਚ, ਜਿਹੜੇ ਉੱਪਰ 6 ਔਰ 7 ਕੁਐਸਚਨ ਰਹਿ ਗਏ, ਮੇਰੇ ਜਿੰਨੇ ਬੱਚਿਆਂ ਨੇ ਅੱਜ ਮੇਰੀ ਕਲਾਸ ਲਾਈ ਹੈ, ਉਹ ਕੁਐਸਚਨ ਨੂੰ ਜਿਹੜੇ ਕਈ ਬੱਚੇ ਕਹਿੰਦੇ ਵੀ ਸਰ ਟਾਈਮ ਨਹੀਂ ਮੈਨੇਜ ਹੁੰਦਾ, ਟਾਈਮ ਜ਼ਿਆਦਾ ਲੱਗ ਜਾਂਦਾ ਹੈਗਾ, ਤਾਂ ਸਭ ਤੋਂ ਵੱਡਾ ਫਾਇਦਾ ਦੱਸਾਂ ਮੈਂ ਕੀ ਹੈ ਕਿ ਲਿਸਟ ਆਫ ਹੈਡਿੰਗ ਨੰਬਰ 1 ਤੇ ਕਰ ਲਿਆ ਆਪਾਂ ਨੇ। 1-2 ਮਿੰਟ ਫਾਲਤੂ ਲਾ ਕੇ ਵੀ ਕਰ ਲਿਆ ਆਪਾਂ ਨੇ, ਕੋਈ ਗੱਲ ਨਹੀਂ। ਪਰ ਉੱਪਰ ਜਿਹੜੇ 6-7 ਕੁਐਸਚਨ ਰਹਿ ਗਏ ਨਾ, ਤੁਸੀਂ ਪਤਾ ਕਿੰਨੇ ਟਾਈਮ 'ਚ ਕਰੋਗੇ? 2 ਮਿੰਟ 'ਚ। 2 ਮਿੰਟ। ਤੇ ਇਹ ਗੱਲ ਸੁਣ ਲਓ, ਕੱਲਾ ਮੈਂ ਇਹ ਗੱਲ ਨਹੀਂ ਕਰ ਰਿਹਾ ਵੀ 2 ਮਿੰਟ 'ਚ ਮੈਂ ਤੁੱਕਾ ਮਰਵਾ ਕੇ ਕਰਵਾਉਂਗਾ। ਜਿੰਨੇ ਬੱਚਿਆਂ ਨੇ ਮੇਰੀ ਰੀਡਿੰਗ ਅੱਜ ਕਰੀ ਹੈ ਨਾ, ਉਹਨਾਂ ਨੇ ਸਾਰੀ ਪੜ੍ਹ ਲਈ ਰੀਡਿੰਗ। ਤਾਂ ਜਿੰਨੇ ਬਾਕੀ ਦੇ ਕੁਐਸਚਨ ਰਹਿ ਗਏ ਨਾ, ਉਹ ਸਾਰੇ ਇਹਨਾਂ ਦੇ ਵਿੱਚੋਂ ਹੀ ਆਉਣਗੇ, ਆਹ ਰੀਡਿੰਗ ਦੇ ਵਿੱਚੋਂ ਹੀ। ਤੇ ਫਿਰ ਇੱਕ ਗੱਲ ਪੱਕੀ ਹੈ ਕਿ ਜਦੋਂ ਆਪਾਂ ਨੂੰ ਸਾਰੀਆਂ ਲੋਕੇਸ਼ਨਸ ਪਤਾ ਹੋਣਗੀਆਂ ਵੀ ਯਾਰ ਆਹ ਜਗ੍ਹਾ ਤੇ ਆਪਾਂ ਨੇ ਆਉਰੇ ਪੜਿਆ ਸੀ, ਆਹ ਗੱਲ ਆਪਣੇ ਆਉਰੇ ਪੜ੍ਹੀ ਸੀਗੀ, ਤੇ ਜਿੰਨੇ ਕੁਐਸਚਨ ਹੋਣਗੇ ਸਾਰੇ ਦੇ ਸਾਰੇ ਸਹੀ ਜਾਣਗੇ। ਦਿਸ ਇਜ਼ ਦਾ ਬੈਸਟ ਮੈਥਡ ਟੂ ਗੈਟ 9/9 ਬੈਕ। ਸਾਡਾ ਇਹ ਆਪਦਾ ਪਰਸਨਲ ਟ੍ਰਿਕ ਹੈਗਾ ਕਿ ਅਸੀਂ ਜਦੋਂ ਕਿਸੇ ਬੱਚੇ ਨੂੰ ਪੜਾਉਂਦੇ ਆਗੇ ਐਵੇਂ 9 ਚੋਂ 9 ਲਿਆਉਂਦੇ ਆਗੇ। ਸੋ ਅੱਜ ਦੀ ਜਿਹੜੀ ਮੇਰੀ ਰੀਡਿੰਗ ਸੀਗੀ ਉਹ ਇਸ ਲੈਵਲ ਦੀ ਹੈ, ਤੇ ਮੈਂ ਉਮੀਦ ਕਰੂੰਗਾ ਕਿ ਰੀਡਿੰਗ ਸਾਰਿਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਲੱਗੀ ਹੋਣੀ ਹੈ। ਆਪਾਂ ਇੱਕ ਵਾਰੀ ਨੂੰ ਮੈਂ ਰਿਕਾਰਡਿੰਗ ਇੱਕ ਵਾਰ ਬੰਦ ਕਰ